ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਜਸਮੀਤ ਤੇ ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਸਪੋਟਲਾਈਟ ਦੇ ਵਿੱਚ ਨਿੱਘਾ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ। ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਹਰ ਹਫਤੇ ਕਿਸੇ ਨਾ ਕਿਸੇ ਕਲਾਕਾਰ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਤੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਇੱਕ ਬਹੁਤ ਹੀ ਸੋਹਣਾ ਸੁਨੱਖਾ ਜਿਹਾ ਮੁੰਡਾ ਜਿਹੜਾ ਗਾਉਂਦਾ ਵੀ ਬਹੁਤ ਸੋਹਣਾ ਆ ਤੇ ਇੱਕ ਅਦਾਕਾਰ ਵੀ ਬਹੁਤ ਸੋਹਣਾ ਆ, ਜਿਹਦੇ ਬਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਵੀ ਚਰਚੇ ਨੇ। ਕਹੀਏ ਕਿ ਬਾਲੀਵੁੱਡ ਦੇ ਵਿੱਚ ਵੀ ਉਹਨਾਂ ਦਾ ਕਾਫੀ ਨਾਮ ਆ ਤੇ ਜਿਨ੍ਹਾਂ ਨੂੰ ਗਾਇਕੀ ਵੀ ਵਿਰਾਸਤ ਦੇ ਵਿੱਚ ਮਿਲੀ ਹੈ। ਮੈਨੂੰ ਲੱਗਦਾ ਤੁਸੀਂ ਸਾਰੇ ਜਾਣੇ ਸਮਝ ਗਏ ਹੋਵੋਗੇ। ਜੀ ਹਾਂ, ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਜਸ਼ਨ ਸਿੰਘ। ਸੋ ਆਓ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜਸ਼ਨ। ਸਤਿ ਸ਼੍ਰੀ ਅਕਾਲ, ਨਮਸਕਾਰ ਦਾ ਤੁਹਾਡੀ ਟੀਮ ਦਾ ਔਰ ਸਾਰੇ ਮਿਊਜ਼ਿਕ ਲਵਰਸ ਦਾ, ਫਿਲਮਸ ਲਵਰਸ ਦਾ ਮੇਰੇ ਵੱਲੋਂ ਜੀ ਆਇਆਂ ਨੂੰ ਔਰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਕੀ ਹਾਲ ਚਾਲ? ਬਹੁਤ ਵਧੀਆ ਜੀ, ਥੈਂਕ ਯੂ ਫॉर ਹੈਵਿੰਗ ਮੀ ਹੇਅਰ। ਬਿਲਕੁਲ। ਔਰ ਅੱਜ ਤੁਹਾਡੇ ਨਾਲ ਆਪਾਂ ਹਨਾ ਜਿਹੜੀਆਂ ਗੱਲਾਂ ਬਾਤਾਂ ਆ ਬਹੁਤ ਸਾਰੀਆਂ ਕਰਨੀਆਂ ਆ, ਪਰ ਮੈਂ ਚਾਹਾਂਗੀ ਕਿ ਅੱਜ ਆਪਾਂ ਪਹਿਲਾਂ ਜਿਹੜੀ ਸ਼ੁਰੂਆਤ ਆ ਮਿੱਠੀ ਜੀ ਸਾਈਂ, ਜਿਸ ਤੋਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਤੁਹਾਡੀ ਪਹਿਚਾਨ ਬਣੀ ਹੈ ਨਾ ਸਾਈਂ, ਉਸ ਤੋਂ ਸ਼ੁਰੂਆਤ ਕਰੀਏ। ਤੂੰ ਦੁਨੀਆ ਦੇ ਰੰਗ ਵਿੱਚ ਰੰਗ ਕੇ ਕੀ ਲੈਣਾ, ਮੇਰੇ ਸਾਈਆਂ ਦੇ ਰੰਗ ਵਿੱਚ ਵੇਖ ਰੰਗ ਕੇ ਝੋਲੀ ਭਰ ਦੂ ਮੁਰਾਦਾਂ ਨਾਲ ਤੇਰੀ, ਤੂੰ ਸੱਚੇ ਦਿਲੋਂ ਦੇਖ ਮੰਗ ਕੇ। ਮੇਰੇ ਸਾਈਂ ਨੇ ਮੌਜਾਂ ਲਾ ਦਿੱਤੀਆਂ, ਸੱਚੇ ਸਾਈਂ ਨੇ ਮੌਜਾਂ ਲਾ ਦਿੱਤੀਆਂ, ਬੜੀ ਕਿਰਪਾ ਕੀਤੀ ਸਾਈਂ ਮੇਰੇ, ਬੜੀ ਕਿਰਪਾ ਕੀਤੀ ਸਾਈਂ ਮੇਰੇ, ਜੋ ਰੀਝਾਂ ਸੀ ਉਹ ਪੁਗਾ ਦਿੱਤੀਆਂ। ਮੇਰੇ ਸਾਈਂ ਨੇ, ਮੇਰੇ ਸਾਈਂ ਨੇ, ਮੇਰੇ ਸਾਈਂ ਨੇ ਮੌਜਾਂ ਲਾ ਦਿੱਤੀਆਂ ਹੋ। ਉਹਦੇ ਦਰ ਤੇ ਜਸ਼ਨ ਮਨਾਵਾਂ ਮੈਂ, ਸਾਈਆਂ ਸਾਈਆਂ ਗਾਵਾਂ ਮੈਂ, ਵਸੇ ਵਾਸੂ ਵਿੱਚ ਨਕੋਦਰ ਦੇ, ਵਸੇ ਵਾਸੂ ਵਿੱਚ ਨਕੋਦਰ ਦੇ ਹੋ, ਜਿਹਨੇ ਦਿਲ ਦੀਆਂ ਸੱਚ ਸੁਣਾ ਦਿੱਤੀਆਂ। ਮੇਰੇ ਸਾਈਂ ਨੇ, ਉਹ ਸੱਚੇ ਸਾਈਂ ਨੇ, ਮੇਰੇ ਸਾਈਂ ਨੇ ਮੌਜਾਂ ਲਾ ਦਿੱਤੀਆਂ ਹੋ। ਵਾਹ ਜੀ ਵਾਹ। ਔਰ ਵਾਕਈ ਇਹ ਗੱਲ ਸੱਚ ਵੀ ਆ। ਬਿਲਕੁਲ, ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ ਹੈ ਨਾ ਕਿ ਗਾਇਕੀ ਤੁਹਾਨੂੰ ਵਿਰਾਸਤ ਦੇ ਵਿੱਚ ਮਿਲੀ ਆ। ਤੁਹਾਡੇ ਫਾਦਰ ਸਾਹਿਬ ਬਹੁਤ ਅੱਛੇ ਇੱਕ ਸਿੰਗਰ ਨੇ, ਹੈ ਨਾ, ਪੰਜਾਬੀ ਇੰਡਸਟਰੀ ਦੇ ਇੱਕ ਕਹਿ ਦਈਏ ਕਿ ਕਾਫੀ ਲੈਜੈਂਡ ਸਿੰਗਰ ਨੇ ਔਰ ਬਹੁਤ ਨਾਮ ਆ ਉਹਨਾਂ ਦਾ। ਸੋ ਜੇ ਤੁਹਾਡੀ ਗੱਲ ਕਰੀਏ ਜਸ਼ਨ, ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਤੁਸੀਂ ਪਹਿਲਾਂ ਹੀ ਸੋਚਿਆ ਹੋਇਆ ਸੀ ਕਿ ਮੇਰੇ ਫਾਦਰ ਸਾਹਿਬ ਇੱਕ ਸਿੰਗਰ ਨੇ ਅਤੇ ਮੈਂ ਵੀ ਇੱਕ ਸਿੰਗਰ ਹੀ ਬਣਨਾ ਹੈ, ਜਾਂ ਕੋਈ ਹੋਰ ਪ੍ਰੋਫੈਸ਼ਨ ਚੂਜ਼ ਕਰਨ ਦਾ ਤੁਹਾਡਾ ਇਰਾਦਾ ਸੀ? ਕਿਸੇ ਵੀ ਬੱਚੇ ਦਾ ਮਾਹੌਲ ਬਹੁਤ ਮੈਟਰ ਕਰਦਾ ਹੈ, ਉਹ ਕਿਹੜੇ ਸਰਾਊਂਡਿੰਗਸ ਨਾਲ ਵੱਡਾ ਹੋਇਆ। ਬਿਲਕੁਲ। ਜਿਵੇਂ ਕਿ ਪਾਪਾ ਸਪੋਰਟਸ 'ਚ ਵੀ ਹੀ ਵਾਜ਼ ਰੀਅਲੀ ਗੁੱਡ, ਹੀ ਹੈਜ਼ ਰਿਪਰੈਜ਼ੈਂਟਡ ਇੰਡੀਆ ਇਨ ਹਾਕੀ ਜੀ। ਸੋ ਪੈਰਲਲੀ ਸਪੋਰਟਸ ਤਾਂ ਮੇਰੇ ਅੰਦਰ ਵੀ ਹੈ। ਮੇਰੇ ਕੋਚ ਕਪਿਲ ਦੇਵ ਜੀ ਔਰ ਹੋਰ ਬੜੇ ਨਾਮੀ ਬੰਦੇ ਸੀਗੇ ਜਿਹੜੇ ਮੇਰੇ ਫਾਦਰ ਸਾਹਿਬ ਕਰਕੇ ਮੈਨੂੰ ਉਹਨਾਂ ਦੀ ਕੋਚਿੰਗ ਥੱਲੇ ਮੈਨੂੰ ਮੌਕਾ ਮਿਲਿਆ ਬੀਇੰਗ ਅ ਕ੍ਰਿਕਟਰ। ਮੈਂ ਕ੍ਰਿਕਟਰ ਸੀਗਾ ਪਹਿਲਾਂ, ਹਾਂਜੀ ਹਾਲੇ ਵੀ ਹੈਗਾ, ਕੀੜਾ ਨਹੀਂ ਜਾਂਦਾ, ਬਟ ਜੀਨਸ ਬਹੁਤ ਮੈਟਰ ਕਰਦੇ ਹੈ। ਔਰ ਜਿਵੇਂ ਕਿ ਮੈਂ ਗੱਲ ਕੀਤੀ ਕਿ ਤੁਹਾਡਾ ਜਿਹੜਾ ਸਰਾਊਂਡਿੰਗ ਹੈ, ਗਰੋਥ ਹੈ, ਤੁਹਾਡਾ ਜਿਹੜਾ ਪਰਵਰਿਸ਼ ਹੈ, ਉਹ ਤੁਹਾਡੀ ਕਿਸ ਐਟਮੋਸਫੇਅਰ 'ਚ ਹੋਈ ਹੈ। ਸੋ ਛੋਟੇ ਹੋਣ ਤੋਂ ਲੈ ਕੇ ਹੀ ਮੇਰੇ ਜਿਹੜੇ ਘਰ ਦਾ ਮਾਹੌਲ ਔਰ ਮੇਰੇ ਜਿਹੜੇ ਉੱਠਣਾ ਬਹਿਣਾ ਸੌਣਾ ਖਾਣਾ, ਇਟ ਵਾਜ਼ ਮਿਊਜ਼ਿਕ, ਇਟ ਵਾਜ਼ ਫਿਲਮਸ। ਘਰੇ ਜਿਹੜੇ ਐਕਟਰਸ ਦਾ, ਨਿਰਦੇਸ਼ਕਾਂ ਦਾ ਜਾਂ ਸਿੰਗਰਸ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀਗਾ। ਸੋ ਆਈ ਬੀਨ ਰੀਅਲੀ ਲੱਕੀ ਐਂਡ ਗੋਡਸ ਬੀਨ ਰੀਅਲੀ ਕਾਈਂਡ ਕਿ ਮੈਨੂੰ ਪਾਪਾ ਹੋਣਾ ਤੋਂ ਵੀ ਸਿੱਖਣ ਦਾ ਮੌਕਾ ਮਿਲਦਾ ਰਹਿੰਦਾ। ਔਰ ਵੈਨ ਹੀ ਹੈਜ਼ ਮੇਡ ਇਟ ਪੋਸੀਬਲ ਕਿ ਹੋਰ ਵੀ ਗੁਰੂਆਂ ਤੋਂ ਮੈਨੂੰ ਜਿੰਨਾ ਮੈਂ ਸਿੱਖ ਸਕਾਂ। ਬਿਲਕੁਲ। ਸੋ ਫਾਦਰ ਸਾਹਿਬ ਤੋਂ ਹੀ ਤੁਸੀਂ ਸਿੰਗਿੰਗ ਸਿੱਖੀ ਜਾਂ ਹੋਰ ਵੀ ਕਿਤੋਂ ਸਿੰਗਿੰਗ ਸਿੱਖੀ ਆ? ਨੇਚਰ ਦਾ ਬਹੁਤ ਵੱਡਾ ਰੋਲ ਹੈ। ਓਕੇ। ਆਈ ਥਿੰਕ ਜੋ ਤੁਹਾਨੂੰ ਕੁਦਰਤੀ ਤੁਸੀਂ ਵਿਦ ਟਾਈਮ ਤੁਸੀਂ ਇੱਕ ਜਿਹੜਾ ਕੋਈ ਵੀ ਪੌਦਾ ਹੌਲੀ ਹੌਲੀ ਖੜਾ ਹੁੰਦਾ ਹੈ, ਨੇਚਰ ਦਾ ਮੈਂ ਸਮਝਦਾ ਜੀ ਕਿ ਨੇਚਰ ਪਲੇਜ਼ ਅ ਵੈਰੀ ਵਾਈਟਲ ਰੋਲ in producing any artist as a whole. So father ਸਾਹਿਬ ਦਾ ਤਾਂ ਹੈਗਾ ਹੀ ਹੈਗਾ, ਬਟ I think ਗੁਰੂ ਕਿਰਪਾ ਹੈ ਕਿ ਉੱਤੋਂ ਵੀ ਇੱਕ ਕਿਰਪਾ ਰਹੀ ਹਮੇਸ਼ਾ ਕਿ ਉਹ ਚੀਜ਼ ਹੌਲੀ ਹੌਲੀ ਸੁਣ ਕੇ ਮੈਂ ਬਹੁਤ ਸਿੱਖਿਆ। ਅੱਛੇ ਸਿੰਗਰਸ ਨੂੰ, ਅੱਛੇ
सो आई रियली लव एनीथिंग विच इज़ साउंडिंग रियली गुड। Okay. कोई चीज़ सुरीली हो अच्छा लगता है। ਬਿਲਕੁਲ ਬਿਲਕੁਲ। ਔਰ ਜਿੱਦਾਂ ਤੁਸੀਂ ਕਿਹਾ ਕਿ ਮੈਂ ਸੁਣ ਕੇ ਹੈ ਨਾ ਸਿੱਖਦਾ ਹਾਂ, ਸੋ ਕਿਹੜਾ ਗੀਤ ਸੀ ਜਿਹੜਾ ਸਭ ਤੋਂ ਵੱਧ ਸੁਣਦੇ ਸੀ, ਸਭ ਤੋਂ ਵੱਧ ਤੁਹਾਨੂੰ ਚੰਗਾ ਲੱਗਦਾ ਸੀ? ਬਹੁਤ ਨੇ, ਕੋਈ ਇੱਦਾਂ ਪਰਟੀਕੂਲਰ ਨਹੀਂ ਹੈ, ਜਿਵੇਂ ਬਹੁਤ ਗਾਣੇ ਇੱਦਾਂ ਮੈਂ ਪਰਟੀਕੂਲਰ ਨਹੀਂ ਮੈਂ ਦੱਸ ਸਕਦਾ, ਬਟ ਕਹਿਣ ਦਾ ਭਾਵ ਇਹ ਹੈ ਕਿ ਹਰਕਤਾਂ ਮੁਰਖੀਆਂ, ਇੱਕ ਕਿਸੇ ਵੀ ਗਾਇਕੀ ਨੂੰ ਡੈਪਥ ਵਿੱਚ ਜਾਣਨਾ, ਕਿਸੇ ਵੀ ਚੀਜ਼ ਨੂੰ ਯਾਰ ਉਹ ਗੁਰੂ ਜਿਹੜੇ ਤੁਹਾਡੇ ਸੀਨੀਅਰਸ ਹੈਗੇ ਉਹਨਾਂ ਨੇ ਇਹ ਹਰਕਤ ਕਿਵੇਂ ਲਈ, ਬਿਲਕੁਲ, ਜਾਂ ਜਿਵੇਂ ਸੁਖਵਿੰਦਰ ਪਾਜੀ ਹੈ, ਸੋਨੂ ਨਿਗਮ जी हैं जी, और बड़े महान कलाकार लता जी हैं जिनकी आवाज़ में जब आप सुनते हो उनको तो ऐसा लगता है कि यार अभी भी बहुत आगे सीखने की ज़रूरत है। सो द फीलिंग ऑफ keep learning and keep growing in itself as an artist is amazing to me जी बिल्कुल। और मैनू लगता है कि एक इंसान है ਜਿਹੜਾ ਸਾਰੀ ਉਮਰ ਸਿੱਖਦਾ ਸਾਰੀ ਉਮਰ ਸਿੱਖਦਾ, ਉਹ ਅਸੀਂ ਇਹ ਨਹੀਂ ਕਹਿ ਸਕਦੇ ਕਿ ਹੁਣ ਮੈਂ ਸਿੱਖ ਲਿਆ ਹੁਣ ਮੈਂ ਪਰਫੈਕਟ ਆ, ਪਰ ਨਹੀਂ, ਜਦੋਂ ਤੱਕ ਜਿੰਨੀ ਦੇਰ ਤੱਕ ਅਸੀਂ ਮੈਨੂੰ ਲੱਗਦਾ ਇਸ ਦੁਨੀਆ ਤੇ ਹਰ ਟਾਈਮ ਅਸੀਂ ਕੋਈ ਨਾ ਕੋਈ ਚੀਜ਼ ਸਿੱਖਦੇ ਹੀ ਰਹਿੰਦੇ ਆ। ਸੋ ਬਿਲਕੁਲ ਜਿੱਦਾਂ ਤੁਹਾਡੇ ਫਾਦਰ ਇਸ ਲਾਈਨ ਦੇ ਵਿੱਚ ਸੀਗੇ ਹੈ ਨਾ, ਕਾਫੀ ਨਾਮ ਉਹਨਾਂ ਦਾ, ਤੇ ਕਿਤੇ ਨਾ ਕਿਤੇ ਇਸ ਚੀਜ਼ ਦੀ ਸਪੋਰਟ ਵੀ ਰਹਿੰਦੀ ਸੀ ਕਿ ਹਾਂ ਮੇਰੇ ਫਾਦਰ ਸਾਹਿਬ ਇੱਕ ਸਿੰਗਰ ਨੇ ਤਾਂ ਉਹਨਾਂ ਦਾ ਬੇਟਾ ਹੈ, ਅਤੇ ਕਾਫੀ ਮੈਨੂੰ ਸਪੋਰਟ ਮਿਲੇਗੀ ਕਿ ਹਾਂ ਇਹਨਾਂ ਦੇ ਫਾਦਰ ਵੀ ਇੱਕ ਸਿੰਗਰ ਹੈ, ਜਾਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਕੋਈ ਪ੍ਰੈਸ਼ਰ ਵੀ ਰਹਿੰਦਾ ਸੀ ਕਿ ਫਾਦਰ ਸਾਹਿਬ ਦਾ ਇੰਨਾ ਨਾਮ ਆ ਤੇ ਮੈਂ ਜਿਹੜੀ ਗਾਇਕੀ ਗਾਉਣੀ ਹੈ ਇੱਦਾਂ ਦੀ ਗਾਇਕੀ ਗਾਉਣੀ ਹੈ, ਕਿਤੇ ਮੇਰੇ ਤੋਂ ਕੋਈ ਗਲਤੀ ਨਾ ਹੋ ਜੇ, ਕਿਸੇ ਚੀਜ਼ ਨੂੰ ਲੈ ਕੇ ਪ੍ਰੈਸ਼ਰ ਰਹਿੰਦਾ ਸੀ ਜਾਂ ਨਹੀਂ? ਮੇਰੇ ਫਾਦਰ ਸਾਹਿਬ ਨੇ ਸਾਰੀ ਉਮਰ ਸਾਰੇ ਜਰਨੀ 'ਚ ਅੱਛਾ ਗਾਇਆ, ਸਾਫ ਸੁਥਰਾ ਗਾਇਆ। ਇੱਕ ਉਹਨਾਂ ਨੇ ਬੜੀ ਮਿਹਨਤ ਨਾਲ, ਬੜੀ ਹੀ ਸ਼ਿੱਦਤ ਨਾਲ, ਸੰਘਰਸ਼ ਨਾਲ ਉਹਨਾਂ ਨੇ ਜੋ ਰੁਤਬਾ ਕਮਾਇਆ ਹੈ ਉਹ ਸਿਰਫ ਤੇ ਸਿਰਫ ਇੱਕ ਅੱਛੇ ਗਾਣੇ ਕਰਕੇ ਜੀ ਔਰ ਸਾਫ ਸੁਥਰੇ ਬੋਲਾਂ ਸ਼ਬਦਾਂ ਕਰਕੇ ਕਮਾਇਆ ਜੀ, ਠੀਕ ਹੈ ਨਾ। I believe in one thing, you cannot attain, you cannot earn respect by promoting women disrespect. You cannot earn respect by promoting gun culture. ਤੁਸੀਂ ਅਸਲੇ ਦੀ ਗੱਲ ਕਰੋ, ਤੁਸੀਂ ਯੂ نو ਜੱਟ ਇਹ ਕਰ ਦੂਗਾ, ਜੱਟ ਉਹ ਕਰ ਦੂਗਾ। ਮੈਨੂੰ ਲੱਗਦਾ ਹੈ ਇਹ ਜੱਟਾਂ ਦਾ ਮਾੜਾ ਟਾਈਮ ਹੈ ਜੇ ਜੱਟ ਸਿਰਫ ਅਫੀਮ ਹੀ ਖਾਵੇ ਤੇ ਜੱਟ ਸਿਰਫ ਤੁਹਾਡਾ ਯੂ نو ਬੰਦੂਕ ਹੀ ਚੱਕੇ। ਜੱਟ ਸਾਡੇ ਭਗਤ ਸਿੰਘ ਵੀ ਸੀਗੇ, ਬਿਲਕੁਲ, ਜੱਟ ਸਾਡੇ ਸਾਇੰਟਿਸਟ ਵੀ ਹੋਣ, ਜੱਟ ਸਾਡੇ ਆਫਿਸਰਸ ਵੀ ਹੋਣ, ਇੰਜੀਨੀਅਰਸ ਵੀ ਹੋਣ। ਸੋ ਜੱਟਾਂ ਦਾ ਨਾਂ ਉੱਚਾ ਹੋਣਾ ਚਾਹੀਦਾ। ਸੋ ਜੇ ਪਾਪਾ ਨੇ ਜੱਟ ਦੀ ਵੀ ਗੱਲ ਕੀਤੀ ਤਾਂ ਉਹ ਵੀ ਇੱਕ ਅਣਖ ਦੀ ਗੱਲ ਕੀਤੀ ਉਹਨਾਂ ਨੇ ਕਦੀ ਵੀ। ਸੋ ਕਮਿੰਗ ਬੈਕ ਟੂ ਯੂਰ ਕੁਐਸਚਨ, ਮੈਨੂੰ ਲੱਗਦਾ ਹੈ ਕਿ ਬਹੁਤ ਮਿਕਸਡ ਫੀਲਿੰਗ ਹੈ ਜੀ, ਜੋ ਕਿ ਮੈਂ ਪੋਜ਼ਿਟਿਵ ਹੀ ਲੈਣਾ ਹਰ ਚੀਜ਼ ਨੂੰ, ਕਿ ਰਿਸਪੌਂਸਿਬਿਲਿਟੀ ਵੀ ਹੈ ਕਿ ਉਸ ਚੀਜ਼ ਨੂੰ 10 ਗੁਣਾ ਜਾਂ 100 ਗੁਣਾ ਬਿਹਤਰ ਕਰਨਾ ਹੈ। ਬੀਇੰਗ ਐਨ ਆਰਟਿਸਟ ਇੱਕ ਰਿਸਪੌਂਸਿਬਿਲਿਟੀ ਬਣਦੀ ਹੈ ਤੇ ਕਿਤੇ ਨਾ ਕਿਤੇ ਪ੍ਰੈਸ਼ਰ ਵੀ ਹੁੰਦਾ ਹੈ। ਬੀਇੰਗ ਅ ਨੋਬਡੀ will be easier for me to gain any kind of success. You know, it can also go in a wrong way, but being a legend son, I have to work 10 times 15 times harder than normal, ਕਿਉਂਕਿ ਕੀ ਹੁੰਦਾ ਹੈ ਕਿ ਮੈਂ ਜਿੱਥੇ ਮਰਜ਼ੀ ਚੱਲ ਜਾ ਦੁਨੀਆ 'ਚ, ਮੈਂ ਅਸੀਂ ਚਾਹੇ ਜਿੰਨਾ ਮਰਜ਼ੀ ਕਮਾ ਲਈਏ, ਗਾ ਲਈਏ, ਜਿੰਨੇ ਮਰਜ਼ੀ ਗਾਣੇ ਫਿਲਮਾਂ ਹਿੱਟ ਕਰ ਲਈਏ, ਜਿਹੜਾ ਵਿਜ਼ਿਟਿੰਗ ਕਾਰਡ ਹੈ ਨਾ ਉੱਥੇ ਇਹੀ ਲਿਖਿਆ ਜਾਣਾ ਵੀ ਹੀ ਇਜ਼ ਲੈਜੈਂਡਸ ਹਰਦੀਪ ਸਿੰਘ ਸਨ। ਇਹ ਰਿਐਲਿਟੀ ਹੈ। ਸੋ I always like to stay as close as possible to the reality, and ਬਸ ਉਹਨੂੰ ਧਿਆਨ 'ਚ ਰੱਖ ਕੇ ਕੰਮ ਕਰੀਦਾ ਜੀ। there is no specific funda, there is no specific I would say anything specific ਕਿ ਇਹਨੂੰ ਇੱਦਾਂ ਕਰਨਾ ਹੈ, ਖੁੱਲ੍ਹ ਕੇ ਕੰਮ ਕਰੀਦਾ। ਬਟ ਕੁਝ ਚੀਜ਼ਾਂ ਸ਼ੁਰੂ ਕਰੀਅਰ ਦੇ ਸ਼ੁਰੂ ਵਿੱਚ ਹੀ ਮੇਰੇ ਪੇਰੈਂਟਸ ਨੇ, ਪਾਪਾ ਨੇ, ਮਾਮਾ ਨੇ ਸਮਝਾਤੀਆਂ ਸੀ ਵੀ ਆਪਾਂ ਇਹ ਚੀਜ਼ਾਂ ਦਾ ਖਿਆਲ ਰੱਖਣਾ ਹੈ, ਬਸ ਉਹਨੂੰ ਬਸ ਉਹ ਚੀਜ਼ਾਂ ਰਹਿੰਦੀਆਂ ਤੇ ਔਰ ਬੜੀ ਕਿਰਪਾ ਸਾਈਂ ਦੀ। ਬਿਲਕੁਲ। ਤੁਸੀਂ ਦੱਸਿਆ ਸੀ ਕਿ ਹਨਾ ਤੁਹਾਨੂੰ ਫੈਮਿਲੀ ਤੋਂ ਤੇ ਫਾਦਰ ਸਾਹਿਬ ਤੋਂ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਹਨਾ, ਉਹਨਾਂ ਨੇ ਪਹਿਲਾਂ ਹੀ ਤੁਹਾਨੂੰ ਕਹਿ ਦਿੱਤਾ ਸੀ ਕਿ ਆਪਾਂ ਇੱਦਾਂ ਕਰਕੇ ਇਸ ਲਾਈਨ ਦੇ ਵਿੱਚ ਆਉਣਾ ਹੈ। ਸੋ ਕਿਹੜੀ ਗੱਲ ਇੱਕ ਫਾਦਰ ਸਾਹਿਬ ਦੀ ਜਿਹੜੀ ਤੁਹਾਨੂੰ ਅੱਜ ਵੀ ਯਾਦ ਆ? as I said ਕਿ ਕੋਈ ਗਲਤ ਰਸਤਾ ਨਹੀਂ ਚੁਣਨਾ, ਔਰ ਇੱਕ ਜਿਹੜੀ ਫਾਦਰ
ਯੂ نو ਆਪਣੇ ਪਿਓ ਦੀ ਪੱਗ ਦੀ ਲਾਜ ਰੱਖਣੀ ਹੈ ਔਰ ਜੇ ਤੁਸੀਂ ਕਿਤੇ ਫਸਦੇ ਹੋ ਤੁਹਾਨੂੰ ਬੜੇ ਰਸਤੇ ਇੱਦਾਂ ਦੇ ਮਿਲਦੇ ਆ ਕਿ ਜਿੱਥੇ ਵੇ ਯੂ ਕੈਨ ਈਜ਼ਲੀ ਸਲਿਪ ਔਨ ਤਾਂ ਟ੍ਰੀਟ ਮੀ ਆਮ ਯੋਰ ਫਰੈਂਡ not your father, I'm first your friend, ਤੁਸੀਂ share ਕਰੋ ਬਿਲਕੁਲ ਔਰ you know take it easy, ਕੋਈ ਚੀਜ਼ ਦਾ pressure ਨਹੀਂ ਲੈਣਾ ਲਾਈਫ you know it's all it's a part of journey you know yes ਕੋਈ ਵੀ game ਹੈ ਕੋਈ ਵੀ ਜਰਨੀ ਹੈ ਜੀ ਤਾਂ ਜਿੰਨਾ ਤੁਸੀਂ ਈਜ਼ੀ ਲਾਓਗੇ ਉਨਾ ਹੀ ਤੁਸੀਂ ਠੰਡੇ ਦਿਮਾਗ ਨਾਲ ਉਸ ਚੀਜ਼ ਨੂੰ ਹੈਂਡਲ ਕਰ ਸਕਦੇ ਬਿਲਕੁਲ ਕਿਉਂਕਿ ਜ਼ਿੰਦਗੀ ਮੈਨੂੰ ਲੱਗਦਾ ਹੈ ਜੀਣਾ ਹੀ ਇੱਕ ਨਾਮ ਹੈ ਕਿਉਂਕਿ ਕੱਟ ਤਾਂ ਹਰ ਕੋਈ ਲੈਂਦਾ ਹੈ ਪਰ ਫਿਰ ਵੀ ਜੇ ਅਸੀਂ ਉਹਨੂੰ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਉਸ ਚੀਜ਼ ਨੂੰ ਪ੍ਰੈਸ਼ਰ ਲੈ ਕੇ ਚੱਲਣਾ ਹੈ ਜਾਂ ਇੱਕ ਜ਼ਿੰਦਗੀ ਨੂੰ ਵਾਕਈ ਜ਼ਿੰਦਗੀ ਦੇ ਵਾਂਗ ਜੀਣਾ ਹੈ ਸੋ ਬਿਲਕੁਲ ਜਸ਼ਨ ਫਾਦਰ ਸਾਹਿਬ ਤੇ ਤੁਹਾਡਾ ਕੋਈ ਇਕੱਠਿਆਂ ਦਾ ਵੀ ਟਰੈਕ ਸਾਨੂੰ ਸੁਣਨ ਨੂੰ ਮਿਲੇਗਾ ਬਹੁਤ ਜਲਦੀ okay बहुत जल्दी we are working on it ਤੇ ਜਲਦੀ ਅਨਾਉਂਸ ਵੀ ਕਰਾਂਗੇ ਜੀ okay ਔਰ really excited really thrilled okay ਕਿਉਂਕਿ obviously ਇੱਕ ਰਿਸਪੌਂਸਿਬਿਲਿਟੀ ਲੈ ਕੇ ਉਸ ਚੀਜ਼ ਨੂੰ ਇੱਕ ਅੱਛੇ ਬੈਕਗ੍ਰਾਉਂਡ ਸਕੋਰ ਨੂੰ ਅੱਛਾ ਲੈ ਕੇ ਟ੍ਰੀਟਮੈਂਟ ਅੱਛਾ ਟ੍ਰੀਟਮੈਂਟ ਲੈ ਕੇ ਚੱਲਾਂਗੇ ਜੀ ਔਰ ਬਹੁਤ ਜਲਦੀ okay ਬਿਲਕੁਲ ਤੇ ਹੁਣ ਤੁਹਾਡੇ ਨਾਮ ਤੇ ਆਵਾਂਗੇ ਜਸ਼ਨ ਸਿੰਘ ਹੈ ਨਾ ਜਸ਼ਨ ਵੈਸੇ ਖੁਸ਼ੀ ਦੇ ਮੌਕੇ ਤੇ ਹੈ ਨਾ ਜਦੋਂ ਆਪਾਂ ਕਹਿੰਦੇ ਹੁੰਦੇ ਆ ਕਿ ਜਸ਼ਨ ਮਨਾਉਂਦੇ ਆ ਅਸੀਂ ਜਸ਼ਨ ਹੈ ਨਾ ਡਾਂਸ ਕਰਦੇ ਰੀਅਲ ਲਾਈਫ ਦੇ ਵਿੱਚ ਕਿੱਦਾਂ ਦੇ ਹੋ ਬਾਕੀ ਹੈਪੀ ਰਹਿੰਦੇ ਖੁਸ਼ ਰਹਿੰਦੇ ਹੋ ਯਾਰਾਂ ਦੋਸਤਾਂ ਦੇ ਵਿੱਚ ਖੱਪੇ ਹੋ ਜਾਂ ਚੁੱਪ ਰਹਿੰਦੇ ਹੋ ਮੇਰੇ ਫਰੈਂਡਸ ਤਾਂ ਬਹੁਤ ਨੇ ਓਕੇ ਬਟ ਆਈ ਲਾਈਕ ਟੂ ਸਿਟ ਵਿਦ ਅ ਵੈਰੀ ਫਿਊ ਆਫ them ਜਿਨ੍ਹਾਂ ਨਾਲ ਤੁਸੀਂ ਆਪਣੇ ਦਿਲ ਦੀ ਗੱਲ ਸਾਂਝੀ ਕਰ ਸਕਦੇ ਬਿਲਕੁਲ ਔਰ ਉਹ ਤੁਹਾਡੇ ਯੂ نو 3-4 ਬੰਦੇ ਹੀ ਹੁੰਦੇ ਆ ਜੀ ਸੋ ਉਹਦਾ ਬਹੁਤ ਮਹਾਰਾਜ ਦੀ ਕਿਰਪਾ ਹੈ ਕਿ ਯੂ نو ਹੈਵ ਅ ਹਿਊਜ ਸਰਕਲ ਓਕੇ ਬਟ ਬੜੇ ਘੱਟ ਬੰਦੇ ਜਿਹਨਾਂ ਬਟ ਖੁਸ਼ ਰਹੀਦਾ ਜੀ ਯੂ نو ਆਈ ਰੀਲੀ ਲਾਈਕ ਟੂ ਬੀ ਇਨ ਮਾਈ ਮਿਊਜ਼ਿਕ ਸਪੇਸ ਮੋਸਟਲੀ ਓਕੇ ਮੈਨੂੰ ਇਹ ਹੁੰਦਾ ਵੀ ਜਿਹੜਾ ਹੁਣ ਅਗਲਾ ਅਸੀਂ ਗਾਣਾ ਕਰ ਰਹੇ ਹਾਂ ਕਿੱਦਾਂ ਦਾ ਕਰ ਰਹੇ ਹਾਂ ਫਿਲਮ ਹੁਣ ਅਸੀਂ ਪਿੱਛੇ ਸਕ੍ਰਿਪਟਸ ਵੀ ਅਸੀਂ ਪੜ੍ਹੀਆਂ ਨਵੀਂ ਫਿਲਮਸ ਦੀਆਂ ਹਾਂਜੀ ਕਿਉਂਕਿ ਕੋਵਿਡ ਤੋਂ ਪਹਿਲਾਂ ਮੇਰੀ ਸੀਗੀ ਫਿਲਮ ਦੁਸ਼ਮਣ ਵਿੱਚ ਭੱਟ ਸਾਹਿਬ ਨੇ ਪ੍ਰੋਡਿਊਸ ਕੀਤੀ ਸੀ ਮਹੇਸ਼ ਭੱਟ ਸਾਹਿਬ ਨੇ ਸੋ ਬੜਿਆਂ ਦੇ ਵੀ ਕੁਐਸਚਨਸ ਰਹੇ ਕਿ ਯੂ نو ਵਾਟ ਨੈਕਸਟ as an actor so ਹਾਂਜੀ ਉੱਤੇ ਵੀ ਅਸੀਂ ਕੰਮ ਕਰ ਰਹੇ ਹਾਂ ਸੋ ਮਾਈ ਆਈ ਥਿੰਕ ਬੈਲੈਂਸ ਰੱਖੀਦਾ ਬਿਲਕੁਲ ਟੂ ਬੀ ਵਿਦ ਫੈਮਿਲੀ ਐਂਡ ਵਿਦ ਫਰੈਂਡਸ ਐਂਡ ਹੋਮ ਲਾਈਫ ਐਂਡ ਵਰਕ ਲਾਈਫ ਬਿਲਕੁਲ ਇੰਜੋਏ ਕਰੀਦਾ ਜੀ ਬਿਲਕੁਲ ਔਰ ਤੁਸੀਂ ਫਿਲਮਾਂ ਦੀ ਗੱਲ ਕੀਤੀ ਹੈ ਨਾ ਕਿ ਦੁਸ਼ਮਣ ਫਿਲਮ ਦੇ ਵਿੱਚ ਪਹਿਲਾਂ ਤੁਸੀਂ ਕੰਮ ਕੀਤਾ ਸੋ ਫਿਲਮ ਦੇ ਵਿੱਚ ਕਦ ਲੱਗਿਆ ਕਿ ਹਾਂ ਹੁਣ ਮੈਨੂੰ ਫਿਲਮਾਂ ਦੇ ਵਿੱਚ ਵੀ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਇਹ ਨਾ ਪਤਾ ਕੀ ਹੈ ਇਹ ਕੁਝ ਵੀ ਮੈਨੂੰ ਨਹੀਂ ਲੱਗਿਆ ਆਈ ਥਿੰਕ ਮੈਨੂੰ ਸਿਰਫ ਇਹ ਪਤਾ ਸੀਗਾ ਕਿ ਮੇਰੇ I'm a born you know ਮੈਂ ਇੱਕ ਲੈਜੈਂਡਰੀ ਫਾਦਰ ਸਾਹਿਬ ਦਾ ਮੇਰੇ ਫਾਦਰ ਸਾਹਿਬ ਲੈਜੈਂਡਰੀ ਨੇ ਜੀ ਬਟ ਮੈਨੂੰ ਪੁਸ਼ ਬਹੁਤ ਅੱਛਾ ਮਿਲਿਆ ਮੇਰੇ ਸਰਾਊਂਡਿੰਗਸ ਤੋਂ ਮੇਰੇ ਯਾਰ ਦੋਸਤ ਮੇਰੇ ਵੈਲ ਵਿਸ਼ਰਸ ਤੈਨੂੰ ਗਾਉਣਾ ਚਾਹੀਦਾ ਹੈ ਯੂ نو ਹੁਣ ਤੂੰ ਐਕਟਿੰਗ ਤੈਨੂੰ ਕਰਨੀ ਚਾਹੀਦੀ ਹੈ ਇਹ ਸਾਰਾ ਮੈਨੂੰ ਜਿਹੜੇ ਕਹਿੰਦੇ ਨਾ ਕਾਇਨਾਤ ਦੀ ਬੜੀ ਮਦਦ ਮਿਲ ਰਹੀ ਹੈ ਸਾਈਂ ਦੀ ਬੜੀ ਕਿਰਪਾ ਹੈ ਕਿ ਬਸ ਮੈਂ ਆਪਦਾ ਕੰਮ ਕਰੀ ਜਾ ਰਿਹਾ ਜੀ ਔਰ ਮੈਂ ਕਹਿ ਰਿਹਾ ਕੁਦਰਤੀ ਨੇਚਰ ਇਜ਼ ਬੀਨ ਵੈਰੀ ਕਾਈਂਡ ਆਪਣੇ ਆਪ ਚੀਜ਼ਾਂ ਔਨ ਦ ਰਾਈਟ ਵਿਦ ਦ ਫਲੋ ਚੀਜ਼ਾਂ ਔਨ ਦ ਟਰੈਕ ਆ ਰਹੀਆਂ ਜੀ ਬਿਲਕੁਲ ਔਰ ਚੰਗਾ ਵੀ ਲੱਗਦਾ ਹੈ ਸੋ ਜੇ ਤੁਹਾਡੀ ਕਿਉਂਕਿ ਜ਼ਬਰਦਸਤੀ ਅਸੀਂ ਕਰੀ ਜਾਈਏ ਕਿ ਜ਼ਬਰਦਸਤੀ ਨਾਲ ਕੋਈ ਚੀਜ਼ ਨਹੀਂ ਹੁੰਦੀ ਨਾ ਉਹ ਗਾਣਾ ਹੈ ਨਾ ਉਹ ਅਦਾਕਾਰੀ ਹੈ ਆਈ ਥਿੰਕ ਤੁਸੀਂ ਜੇ ਉਸ ਚੀਜ਼ ਲਈ ਬਣੇ ਹੋ ਤੇ ਹੋ ਕੇ ਰਹੇਗੇ ਬਿਲਕੁਲ ਔਰ ਕਈ ਵਾਰੀ ਕਹਿ ਦਿੰਦੇ ਹੁੰਦੇ ਆ ਕਿ ਜੋ ਕਿਸਮਤ ਦੇ ਵਿੱਚ ਲਿਖਿਆ ਹੈ ਉਹ ਹੋ ਹੀ ਜਾਣਾ ਹੈ ਹਾਂਜੀ ਬਿਲਕੁਲ ਸੋ ਕਿਸਮਤ ਤੇ ਕਿੰਨਾ ਕੁ ਵਿਸ਼ਵਾਸ ਕਰਦੇ ਹੋ ਹਾਰਡ ਵਰਕ ਤੇ ਵਿਸ਼ਵਾਸ ਕਰਦਾ ਓਕੇ ਆਈ ਥਿੰਕ ਯੂ ਕੈਨ ਰੀਲੀ ਬਿਲਡ ਯੋਰ ਲੱਕ ਬਾਈ ਵਰਕਿੰਗ ਐਕਸਟਰਾਆਰਡਨਰੀ ਹਾਰਡ ਐਂਡ ਤੁਹਾਡੀ ਨੀਅਤ ਸਾਫ਼ ਚਾਹੀਦੀ ਹੈ ਤੁਹਾਡੀ ਇਸ ਖਾਸ ਕਰ ਇਸ ਪ੍ਰੋਫੈਸ਼ਨ 'ਚ ਤੁਸੀਂ ਕਿੰਨੀ ਇਮਾਨਦਾਰੀ ਨਾਲ ਚੱਲਦੇ ਹੋ ਕਿੰਨਾ ਸੈਲਫ ਬਿਲੀਫ ਤੇ ਸਿਰਫ ਉੱਤੇ ਵਿਸ਼ਵਾਸ ਰੱਖੋ ਔਰ ਚੱਲਦੇ ਰਹੋ ਯੂ نو देयर ਬੀ every kind of things that you would like to experience ਬਿਲਕੁਲ ਸੋ ਜੇ ਤੁਹਾਡੀ ਸ਼ੁਰੂਆਤ ਦੀ ਗੱਲ ਕਰੀਏ ਹੈ ਨਾ ਅਸੀਂ ਮੋਸਟਲੀ ਦੇਖਦੇ ਆ ਬਹੁਤ ਸਾਰੇ ਸਿੰਗਰਾਂ ਤੇ ਕਹਿੰਦੇ ਕਿ ਅਸੀਂ ਬਚਪਨ ਦੇ ਵਿੱਚ ਅਸੀਂ ਸਟੇਜ ਤੇ ਗਾਉਣਾ ਸ਼ੁਰੂ ਕੀਤਾ ਜਾਂ ਅਸੀਂ ਸਕੂਲ ਤੋਂ ਸ਼ੁਰੂਆਤ ਕੀਤੀ ਤੇ ਜਿਹੜੀ ਤੁਹਾਡੀ ਬੇਸਿਕਲੀ ਸ਼ੁਰੂਆਤ ਆ ਉਹ ਕਿੱਥੋਂ ਹੋਈ ਸੀ
ਮੇਰੀ ਸ਼ੁਰੂਆਤ ਛੋਟੇ ਹੋਣ ਤੋਂ ਹੀ ਹੋ ਗਈ ਸੀ। ਆਈ ਥਿੰਕ ਮੈਂ ਜੰਮਿਆ ਹੀ ਸਿੰਗਰ ਐਕਟਰ ਹੈ। ਓਕੇ। ਔਰ ਤੁਰੋਂ ਹੀ ਕਿਰਪਾ ਹੈ। ਓਕੇ। ਔਰ ਸਕੂਲ 'ਚ ਤਾਂ ਗਏ ਫਿਰ ਕ੍ਰਿਕਟ ਵੀ ਖੇਡੀ ਗਏ, ਉਦੋਂ ਤਾਂ ਸੁਰਤ ਨਹੀਂ ਹੁੰਦੀ ਜੀ। ਫਿਰ ਮੈਂ ਪੜ੍ਹਾਈ ਕਰਨ ਮੈਲਬਨ ਚਲਾ ਗਿਆ ਸੀਗਾ 12 ਤੋਂ ਬਾਅਦ। ਫਿਰ ਉੱਥੇ ਥੋੜਾ ਗਾਣਾ ਹੋਰ ਅੱਛਾ ਹੋ ਗਿਆ। ਓਕੇ। ਹੋਰ ਅੱਛੇ ਦੋਸਤ ਬਣ ਗਏ, ਅੱਛੀ ਪੁਸ਼ ਮਿਲੀ ਮੈਨੂੰ। ਫਿਰ ਜਿਹੜੇ ਇੱਥੋਂ ਲੈਜੈਂਡਰੀ ਕੁਝ ਕਲਾਕਾਰ ਜਾਂਦੇ ਸੀਗੇ ਹਿੰਦੀ ਇੰਡਸਟਰੀ 'ਚੋਂ, ਪੰਜਾਬੀ ਇੰਡਸਟਰੀ 'ਚੋਂ, ਜਦੋਂ ਉਹ ਮੈਨੂੰ ਮਿਲਦੇ ਸੀ ਉੱਥੇ, ਫਿਰ ਉੱਥੇ ਮਹਿਫਿਲ ਲੱਗਦੀ ਸੀ। ਓਕੇ। ਔਰ ਜਦੋਂ ਮੈਨੂੰ ਸੁਣਦੇ ਸੀਗੇ ਤਾਂ ਉਹ ਸੁਣ ਕੇ ਮੇਰੇ ਫਾਦਰ ਸਾਹਿਬ ਨੂੰ ਮਿਲਦੇ ਸੀ ਇੱਥੇ ਆ ਕੇ, what is Jashan doing there, ਤੁਸੀਂ ਲਾਂਚ ਕਰੋ ਇਹਨੂੰ। ਓਕੇ। ਸੋ ਮੇਰੇ ਫਾਦਰ ਸਾਹਿਬ ਨੇ ਕਹਿਣਾ ਪਹਿਲਾਂ ਐਜੂਕੇਸ਼ਨ ਹੈ ਜੀ, ਉਸ ਤੋਂ ਬਾਅਦ once he is educated, he is satisfied, ਫਿਰ ਉਹਨੂੰ ਆਪਣੇ ਆਪ ਸਮਾਂ ਲੈ ਕੇ ਆਊਗਾ ਜੀ। ਹਾਂ। ਸੋ ਫਿਰ ਜੈਦੇਵ ਕੁਮਾਰ ਜੀ ਸਾਡੇ one of my favorite music directors, ਉਹਨਾਂ ਨੇ ਮੈਨੂੰ ਚਾਂਸ ਦਿੱਤਾ ਰੰਗੀਲੇ ਫਿਲਮ 'ਚ। ਜਿਮੀ ਸ਼ੇਰਗਿੱਲ ਭਾਈ ਦੀ ਫਿਲਮ ਸੀ ਜੀ। ਨੇਹਾ ਧੂਪੀਆ ਜੀ ਐਂਡ ਹੋਰ ਬੜੇ ਅੱਛੇ, ਹਾਂਜੀ ਜੀ, ਅੱਛੇ ਕਲਾਕਾਰ ਸੀਗੇ। ਸੋ ਇਰੋਸ ਦੀ ਫਿਲਮ ਸੀ। ਸੋ ਵੈਰੀ ਥੈਂਕਫੁਲ ਟੂ ਹਿਮ ਆਲਵੇਜ਼। ਸੋ ਉੱਥੋਂ ਮੇਰੀ ਸ਼ੁਰੂਆਤ ਹੋਈ, ਫਰਸਟ ਸੌਂਗ। ਫਿਰ ਅਸੀਂ ਉਹ ਗਾਣਾ ਸੁਣੀਏ ਨਾ, ਇਦਾਂ ਹੋ ਨਹੀਂ ਸਕਦਾ, 2 ਲਾਈਨਾਂ ਜ਼ਰੂਰ ਹੋ ਜਾਣ। ਹਾਂਜੀ ਹਾਂਜੀ। ਨੈਣ ਲੜਾਏ ਨੈਣ ਲੜ ਕੇ ਨਹੀਂ ਆਏ, ਮਾਰੀਆਂ ਟਰਾਈਆਂ ਉੱਤੋਂ ਧੱਕੇ ਬੜੇ ਖਾਏ। ਹੋ ਨੈਣ ਲੜਾਏ ਨੈਣ ਲੜ ਕੇ ਨਹੀਂ ਆਏ, ਮਾਰੀਆਂ ਟਰਾਈਆਂ ਉੱਤੋਂ ਧੱਕੇ ਬੜੇ ਖਾਏ। ਇਸ਼ਕੇ ਦੀ ਚੇਨ ਟੁੱਟ ਗਈ, ਦਿਲ ਦੇ ਕੁੱਤੇ ਫੇਲ ਹੋ ਗਏ। ਇਸ਼ਕੇ ਦੀ ਚੇਨ ਟੁੱਟ ਗਈ, ਦਿਲ ਦੇ ਕੁੱਤੇ ਫੇਲ ਹੋ ਗਏ। ਫਰਸਟ੍ਰੇਸ਼ਨ ਹਾਈ ਸਾਡੇ ਹੱਥ ਉਹ ਨਾ ਆਈ, ਹੋ ਫਰਸਟ੍ਰੇਸ਼ਨ ਹਾਈ ਸਾਡੇ ਹੱਥ ਉਹ ਨਾ ਆਈ। ਹੋਰ ਕਿਸੇ ਨਾਲ ਉਹਦੇ ਮੇਲ ਹੋ ਗਏ। ਇਸ਼ਕੇ ਦੀ ਚੇਨ ਟੁੱਟ ਗਈ, ਦਿਲ ਦੇ ਕੁੱਤੇ ਫੇਲ ਹੋ ਗਏ। ਓ ਅਸੀਂ ਵੀ ਹਡੂਡ, ਸਾਡੇ ਵਿੱਚ ਐਟੀਟਿਊਡ, ਫੇਰ ਕਿਉਂ ਸਾਡੇ ਨਾਲ ਬਿਹੇਵ ਕਰੇ ਰੂਡ। ਵੇਖ ਕੇ ਸਾਨੂੰ ਉਹ ਮੱਠ ਮੱਥੇ ਉੱਤੇ ਚਾੜਦੀ, ਸਾਡੇ ਸਾਹਮਣੇ ਹੀ ਉਹ ਦੂਜਿਆਂ ਨੂੰ ਤਾੜਦੀ। ਹੋ ਅਸੀਂ ਮੁੰਡੇ ਵੈਰੀ ਗੁੱਡ, ਸਾਨੂੰ ਮਾਰ ਗਈ ਏ ਠੁੱਡ। ਮੁੰਡੇ ਵੈਰੀ ਗੁੱਡ, ਸਾਨੂੰ ਮਾਰ ਗਈ ਏ ਠੁੱਡ। ਜੇਲਾਂ ਵਾਲੇ ਸਰਸੋਂ ਦਾ ਤੇਲ ਹੋ ਗਏ। ਇਸ਼ਕੇ ਦੀ ਚੇਨ ਟੁੱਟ ਗਈ, ਦਿਲ ਦੇ ਕੁੱਤੇ ਫੇਲ ਹੋ ਗਏ। ਇਸ਼ਕੇ ਦੀ ਚੇਨ ਟੁੱਟ ਗਈ, ਦਿਲ ਦੇ ਕੁੱਤੇ ਫੇਲ ਹੋ ਗਏ। ਤੇ ਆਪਾਂ ਗੀਤਕਾਰ ਤੁਸੀਂ ਹਨਾ, ਫਿਲਮ ਤੇ ਗੀਤ। ਸੋ ਹੋਰ ਕਿਹੜੀ ਫਿਲਮਾਂ ਦੇ ਵਿੱਚ ਸਾਨੂੰ ਜਸ਼ਨ ਸਿੰਘ ਦੀ ਆਵਾਜ਼ ਸੁਣਨ ਨੂੰ ਮਿਲੇਗੀ? ਅਕਸ਼ੇ ਕੁਮਾਰ ਭਾਜੀ ਦੀ ਹੁਣ ਇੱਕ ਫਿਲਮ ਆ ਰਹੀ ਹੈ ਜੀ। ਮੈਂ ਉਹ ਹਾਲੇ ਅਨਾਉਂਸ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਇਜਾਜ਼ਤ ਨਹੀਂ ਹੈ। ਹਾਂਜੀ, ਉਹਨਾਂ ਲਈ ਮੈਂ ਹੁਣੇ ਇੱਕ ਗਾਣਾ ਕੀਤਾ, ਉਹ ਬਹੁਤ ਜਲਦੀ ਆ ਰਿਹਾ। ਫਿਰ ਅਗਲਾ ਗਾਣਾ ਮੇਰਾ ਇੱਕ ਤਾਰਾ ਹੈ ਟਿਪਸ ਤੋਂ, ਉਹ ਬਸ ਉਹ ਕਿਸੇ ਵੀ ਟਾਈਮ ਅਨਾਉਂਸ ਹੋ ਸਕਦਾ ਹੈ। ਹੋਰ ਬਹੁਤ ਤਰੀਕੇ ਦੇ ਪ੍ਰੋਜੈਕਟਸ ਚੱਲ ਰਹੇ, ਸੋ ਹੌਲੀ ਹੌਲੀ ਤੁਹਾਨੂੰ ਅਸੀਂ ਤੇ ਐਜ਼ ਐਨ ਐਕਟਰ ਹੁਣ ਕਿੰਨੀ ਜਲਦੀ ਅਸੀਂ ਤੁਹਾਨੂੰ ਦੇਖ ਸਕਦੇ ਹਾਂ? ਬਹੁਤ ਜਲਦੀ ਜੀ, ਬਹੁਤ ਜਲਦੀ। ਨਰੇਸ਼ਨਸ ਚੱਲ ਰਹੀਆਂ। ਐਜ਼ ਐਨ ਐਕਟਰ ਥੋੜਾ ਜਿਹਾ ਮੈਂ ਹੁਣ ਹੋਰ ਥੋੜਾ ਜਿਹਾ ਆਮ ਲਰਨਿੰਗ ਟੂ ਰੀਅਲੀ, ਕਿਉਂਕਿ ਐਕਟਿੰਗ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ। ਜਿਹੜਾ ਕਿ ਪਹਿਲਾਂ ਹੀ ਬੰਦਾ ਸਿੰਗਰ ਹੋਵੇ, ਉਹਨੂੰ ਐਕਟਿੰਗ ਜ਼ਿਆਦਾ ਸੀਰੀਅਸ ਲੈਣੀ ਚਾਹੀਦੀ ਹੈ, ਕਿਉਂਕਿ ਜਿਹੜਾ ਐਕਟਿੰਗ ਪ੍ਰੋਜੈਕਟ ਹੈ ਤੁਹਾਡਾ, ਉਹ ਇਟ ਟੇਕਸ ਟਾਈਮ, ਫਿਲਮ ਬਣਨ 'ਚ ਟਾਈਮ ਲੱਗਦਾ। ਬਿਲਕੁਲ। ਸੋ ਡਾਇਲੌਗ ਡਿਲੀਵਰੀ ਔਰ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ ਜੀ। ਬਿਲਕੁਲ। ਕਾਮੇਡੀ ਕਰਨਾ ਜਾਂ ਡਰਾਮਾ ਥ੍ਰਿਲਰ ਕਰਨਾ, ਤੁਹਾਨੂੰ ਉਹ ਜਿਹੇ ਕਿਰਦਾਰ ਨਿਭਾਉਣੇ ਆਉਣੇ ਚਾਹੀਦੇ ਹੈ। ਸੋ ਸਿੱਖ ਰਹੇ ਹਾਂ। ਸੋ ਬਾਕੀ ਆਈ ਰੀਅਲੀ ਹੋਪ ਕਿ ਜੋ ਵੀ ਅਗਲਾ ਐਜ਼ ਅ ਹੀਰੋ, ਐਜ਼ ਐਨ ਐਕਟਰ ਪ੍ਰੋਜੈਕਟ ਅਸੀਂ ਤੁਹਾਡੇ ਸਾਰਿਆਂ ਲਈ ਲੈ ਕੇ ਆਈਏ, ਉਹ ਤੁਹਾਨੂੰ ਚੰਗਾ ਲੱਗੇ। ਬਿਲਕੁਲ। ਅੱਛਾ ਕੰਟੈਂਟ, ਅੱਛੀ ਕਹਾਣੀ ਹੋਣੀ ਚਾਹੀਦੀ ਹੈ ਜੀ। ਬਿਲਕੁਲ। ਹਿੰਦੀ ਫਿਲਮ ਦੇ ਵਿੱਚ ਦੇਖਣ ਨੂੰ ਮਿਲੂਗੀ ਜਾਂ ਪੰਜਾਬੀ? ਇਹ ਤਾਂ ਜੀ ਮੈਨੂੰ ਵੀ ਨਹੀਂ ਪਤਾ। ਇਹ ਤਾਂ ਪਹਿਲਾਂ ਵੀ ਨਹੀਂ ਸੀ ਪਤਾ ਜਦੋਂ ਭੱਟ ਸਾਹਿਬ ਨੇ ਸਾਈਨ ਕੀਤਾ, ਜਾਂ ਜਿਹੜੀਆਂ ਵੀ ਓਪਰਚੁਨਿਟੀਜ਼, ਚਾਹੇ ਉਹ ਕੋਕ ਸਟੂਡੀਓ ਸੀ, ਇਹ ਸਭ ਸਾਡੇ ਗੁਰੂ ਦੀ ਮਿਹਰ ਹੈ, ਸਾਡੇ ਸਾਈਂ ਦੀ ਮਿਹਰ ਹੈ ਜੀ। ਉਹਨਾਂ ਨੂੰ ਪਤਾ ਕਿੱਥੇ ਕਦੋਂ ਲੈ ਕੇ ਆਉਣਾ।
ਬਿਲਕੁਲ ਸਹੀ। ਸੋ ਗੀਤਾਂ ਦੀ ਹੈ ਨਾ ਆਪਾਂ ਗੱਲਬਾਤ ਕਰ ਰਹੇ ਹਾਂ, ਤੁਹਾਡੀ ਵਾਈਫ ਵੀ ਬਹੁਤ ਸੋਹਣਾ ਗਾਉਂਦੇ ਆ, ਅਤੇ ਹਾਲ ਹੀ ਦੇ ਵਿੱਚ ਤੁਹਾਡਾ ਗੀਤ ਵੀ ਆਇਆ ਸੀਗਾ ਨਿੰਮਾ ਨਿੰਮਾ, ਹੈ ਨਾ। ਅਤੇ ਜੇ ਉਹਦੇ ਵਿੱਚ ਤੁਸੀਂ ਦੱਸਿਆ ਕਿ ਹੈ ਨਾ ਕੁੜੀ ਜਿਹੜੀ ਲਾਰੇ ਕਾਫੀ ਲਾਏ ਆ, ਸੋ ਜੇ ਤੁਹਾਡੀ ਵਾਈਫ ਦੀ ਗੱਲ ਕਰੀਏ, ਉਹ ਜਲਦੀ ਮੰਨ ਗਏ ਸੀ ਜਾਂ ਉਹਨਾਂ ਨੇ ਵੀ ਬਹੁਤ ਲਾਰੇ ਲਾਏ? ਮੈਨੂੰ ਸੰਗ ਸੀ ਪਹਿਲਾਂ ਉਹਨਾਂ ਤੋਂ ਕਾਫੀ ਕਿ ਯੂ ਨੋ ਸ਼ੀ ਇਜ਼ very educated, you know, very capable, you know, very smart and very respectable, you know, so ਮੈਨੂੰ ਹਮੇਸ਼ਾ ਮੈਂ ਬਹੁਤ ਉਹਨਾਂ ਦੀ ਇੱਜ਼ਤ ਕਰਦਾ ਰਹੂੰਗਾ, ਤੇ ਮੈਨੂੰ ਸੰਗ ਸੀਗੀ ਬੇਸਿਕਲੀ। ਓਕੇ। ਸੋ ਨਹੀਂ, ਸਾਡੇ 'ਚ ਇੱਦਾਂ ਕੋਈ ਯੂ ਨੋ ਲਾਰੇ ਲੱਪੇ ਵਾਲੀ ਗੱਲ ਨਹੀਂ ਹੋਈ। ਓਕੇ। I think it was from both sides and ਬਸ ਕਹਿੰਦੇ ਨਾ ਵੀ ਝੱਟ ਮੰਗਣੀ ਪਟ ਗਿਆ, so it was very special. ਓਕੇ, ਮਤਲਬ ਇੱਦਾਂ ਨਹੀਂ ਹੋਇਆ ਕਿ ਠੀਕ ਆ ਹੁਣ ਮੈਂ ਕਿੱਦਾਂ ਕਰਾਂ ਜਾਂ ਨੋ, ਥੋੜਾ ਦੇਖੋ ਟਾਈਮ ਤਾਂ ਲੱਗਦਾ ਹੈ, ਇੱਦਾਂ ਨਹੀਂ ਹੈ, ਪਰ ਜਿੰਨਾ ਵੀ ਟਾਈਮ ਲੱਗਿਆ ਜੀ ਮੇਰ ਉਤੋਂ ਹੀ ਹੈ, ਸੰਜੋਗ। ਬਿਲਕੁਲ, ਕਹਿੰਦੇ ਜਿੱਥੇ ਸੰਜੋਗ ਲਿਖੇ ਉੱਥੇ ਤਾਂ ਫਿਰ ਹੋਣਾ ਹੀ ਹੋਣਾ ਹੈ। ਬਿਲਕੁਲ। ਸੋ ਉਹ ਵੀ ਹੈ ਨਾ ਕਾਫੀ ਅੱਛਾ ਗਾਉਂਦੇ ਆ, ਤੇ ਉਹਨਾਂ ਦੇ ਨਾਲ ਅਮੇਜ਼ਿੰਗ ਐਕਟਰ, ਮਿਸ ਪੰਜਾਬ ਰਹੇ ਹੈ, ਮਿਸ ਇੰਡੀਆ ਟੂਰਿਜ਼ਮ ਰਹੇ ਹੈ, ਹੋਰ ਬੜੇ ਖਿਤਾਬ ਜਿੱਤੇ, ਯੂ ਨੋ ਜੀ, 3-4 ਉਹਨਾਂ ਨੇ ਅੱਛੇ ਬਹੁਤ ਵਧੀਆ ਲੇਬਲਸ ਨਾਲ ਕੰਮ ਵੀ ਕੀਤਾ, ਅੱਗੇ ਵੀ ਕਰਨਗੇ। ਯੂ ਨੋ ਇੰਗਲਿਸ਼ ਬਹੁਤ ਅੱਛਾ ਗਾਉਂਦੇ ਆ ਜੀ, ਯੂ ਨੋ ਲਿਖਦੇ ਬਹੁਤ ਅੱਛਾ ਹੈ। ਸ਼ੀ ਇਜ਼ ਐਨ ਅਮੇਜ਼ਿੰਗ ਪੇਂਟਰ, ਸ਼ੀ ਇਜ਼ ਐਨ ਆਲ ਰਾਊਂਡਰ ਆਈ ਵੁੱਡ ਸੇ। ਮੈਂ ਕਿਹੜੇ ਏਰੀਆ 'ਚ ਉਹਨਾਂ ਦਾ ਨਾਂ ਲਵਾਂ, ਬਟ you know it will be unfair to forget any area. She's amazing in what she does. ਤੇ ਗਾਂ ਵੀ ਜੀ ਉਹਨਾਂ ਵੱਲੋਂ ਵੀ ਬਹੁਤ ਤੁਹਾਨੂੰ ਅੱਛਾ ਦੇਖਣ ਨੂੰ ਮਿਲੇਗਾ। ਤੇ ਇਕੱਠਿਆਂ ਵੀ ਤੁਹਾਡਾ ਕੋਈ ਟਰੈਕ ਦੇਖਣ ਨੂੰ ਮਿਲੇਗਾ? ਹੁਣੇ ਆਇਆ ਨਾ ਨਿੰਮਾ ਨਿੰਮਾ ਆਇਆ ਸਾਰੇ ਗਾਵਾਂ ਤੋਂ। ਹਾਂਜੀ, ਫਿਰ ਉਹਦੀਆਂ 2 ਲਾਈਨਾਂ ਜ਼ਰੂਰ ਹੋ ਜਾਣ। ਉਹ ਪਹਿਲਾ ਪਾਪਾ ਦਾ ਗਾਣਾ ਬਹੁਤ ਹਿੱਟ ਸੀ 85 ਦਾ, ਸੋ ਸਾਨੂੰ ਮੌਕਾ ਮਿਲਿਆ ਉਹ ਗਾਣਾ ਰੀਮਿਕਸ ਕਰਨ ਦਾ। ਮੈਂ ਮੁਖੜਾ ਸੁਣਾਉਣਾ ਤੁਹਾਨੂੰ। ਨਿੰਮਾ ਨਿੰਮਾ ਬੁੱਲੀਆਂ 'ਚ ਹਾਸਾ ਹੱਸ ਕੇ, ਨਿੰਮਾ ਨਿੰਮਾ ਬੁੱਲੀਆਂ 'ਚ ਹਾਸਾ ਹੱਸ ਕੇ, ਦਿਲ ਵਾਲੀ ਗੱਲ ਅੱਖੀਆਂ ਨਾ ਦੱਸ ਕੇ, ਨਿੰਮਾ ਨਿੰਮਾ ਬੁੱਲੀਆਂ 'ਚ ਹਾਸਾ ਹੱਸ ਕੇ, ਦਿਲ ਵਾਲੀ ਗੱਲ ਅੱਖੀਆਂ ਨਾ ਦੱਸ ਕੇ, ਨੀ ਤੂੰ ਸੱਜਣਾ ਦਾ ਦਿਲ ਤੜਪਾਇਆ, ਹੋ ਲਾਰਾ ਲਾ ਕੇ, ਹੋ ਲਾਰਾ ਲਾ ਕੇ, ਹੋ ਲਾਰਾ ਲਾ ਕੇ ਤੁਰਦੀ ਬਣੀ, ਹੋ ਤੈਨੂੰ ਰੱਤਾ ਵੀ ਤਰਸ ਨਾ ਆਇਆ, ਹੋ ਲਾਰਾ ਲਾ ਕੇ ਤੁਰਦੀ ਬਣੀ, ਨਿੰਮਾ ਨਿੰਮਾ ਬੁੱਲੀਆਂ 'ਚ ਹਾਸਾ ਹੱਸ ਕੇ। ਵਾਹ ਜੀ ਵਾਹ। ਤੇ ਇਸ ਦੇ ਨਾਲ ਹੀ ਇੱਕ ਤੁਹਾਡਾ ਹੋਰ ਵੀ ਟਰੈਕ ਆਇਆ ਸੀਗਾ ਹੀਲ ਸ਼ੀਲ, ਹੈ ਨਾ। ਉਹਦੇ ਵਿੱਚ ਤੁਸੀਂ ਦੱਸਿਆ ਕਿ ਹੀਲਾ ਸ਼ੀਲਾ ਛੱਡ ਹੁਣ ਜੁੱਤੀ ਪੰਜਾਬੀ ਹੈ ਨਾ ਜਿਹੜੀ ਪਾ ਲੈਣੀ ਚਾਹੀਦੀ ਹੈ, ਤੇ ਇੰਗਲਿਸ਼ ਗਾਣਾ ਜਿਹੜਾ ਛੱਡ ਕੇ ਉਹ ਪੰਜਾਬੀ ਹੈ ਨਾ ਗਾਣਾ। ਉਹ ਮੈਂ ਟਰੈਵਲ ਕਰ ਰਿਹਾ ਸੀ, ਬਹੁਤ ਮੈਂ ਨਾਮ ਨਹੀਂ ਲਵਾਂਗਾ, ਬਹੁਤ ਫੇਮਸ ਐਕਟਰੈਸ ਬੈਠੀ, ਤੇ ਅਸੀਂ ਜਦੋਂ ਫਲਾਈਟ ਸਾਡੀ ਲੈਂਡ ਹੋਈ ਚੰਡੀਗੜ੍ਹ, ਤੇ ਉਹ ਹੀਲ ਜ਼ਿਆਦਾ ਉੱਚੀ ਪਾਈ ਹੋਈ ਸੀ, ਚੱਲ ਨਹੀਂ ਸੀ ਪਾ ਰਹੀ। ਉੱਥੋਂ ਲਾਈਨ ਆਈ, ਛੱਡ ਹੀਲ ਸ਼ੀਲ ਜੁੱਤੀ ਪਾ ਲੈ ਪੰਜਾਬੀ ਤੂੰ, ਛੱਡ ਇੰਗਲਿਸ਼ ਗਾਣਾ ਗਾ ਲੈ ਪੰਜਾਬੀ ਤੂੰ। ਵੀ ਕੰਮ ਹਿੰਦੀ ਫਿਲਮਾਂ 'ਚ ਕਰਨਾ ਹੈ, ਸੁਣਨਾ ਇੰਗਲਿਸ਼ ਹੈ, ਔਰ ਕਿਉਂਕਿ ਤੁਹਾਨੂੰ ਸੁਣ ਜਾਂਦਾ ਨਾ ਕਈ ਵਾਰੀ ਤੁਹਾਡੇ ਜਿਹੜੇ ਹੈਡਫੋਨਸ ਹੈਵੀ ਹੋਣ ਤਾਂ ਮੈਂ ਬਿਲਕੁਲ ਪਿੱਛੇ ਬੈਠਾ ਸੀ ਉਹਨਾਂ ਦੇ। ਸੋ ਉੱਥੋਂ ਇੱਕ ਲਾਈਨ ਆ ਗਈ ਵੀ ਛੱਡ ਹੀਲ ਸ਼ੀਲ ਜੁੱਤੀ ਪਾ ਲੈ ਪੰਜਾਬੀ ਤੂੰ, ਵੀ ਬੀਬਾ ਕਿਉਂ ਔਖੀ ਹੁੰਨੀ ਹੈ, ਵੀ ਜੇ ਜੁੱਤੀ ਜੱਚਦੀ ਹੈ ਸਾਡੀ ਪੰਜਾਬੀਅਤ ਅੰਦਾਜ਼ ਨੂੰ ਵੀ ਅਪਣਾ ਕੇ ਦੇਖੋ, ਤੁਹਾਨੂੰ ਬੜਾ ਅੱਛਾ ਲੱਗੇਗਾ। ਸੋ ਨਾਟ ਬੀਇੰਗ ਅਨਫੇਅਰ, ਪਰ ਹੀਲ ਤੇ ਉਹ ਚੱਲ ਨਹੀਂ ਸੀ ਪਾ ਰਹੇ, ਕਦੀ ਐ ਹੋਣ ਕਦੀ ਐ ਹੋਣ, ਸੋ ਐਵਰੀਬਾਡੀ ਕੁਡ ਨੋਟਿਸ ਦੈਟ ਸ਼ੀ ਇਜ਼ ਅਨਕੰਫਰਟੇਬਲ। ਬਿਲਕੁਲ। ਸੋ ਫੈਸ਼ਨ ਵੀ ਉੱਥੇ ਅੱਛਾ ਲੱਗਦਾ ਇਫ ਯੂ ਨੋ ਹਾਊ ਟੂ ਕੈਰੀ ਇਟ। ਬਿਲਕੁਲ। ਸੋ ਉੱਥੋਂ ਲਾਈਨ ਆਈ। ਹਾਂਜੀ ਹਾਂਜੀ। ਤੇ ਫਿਰ ਉਸ ਗੀਤ ਦੀਆਂ ਵੀ 2 ਲਾਈਨਾਂ ਜ਼ਰੂਰ ਹੋ ਜਾਣ। ਤੁਸੀਂ ਅੱਜ ਸਾਰੇ ਗਾਣੇ ਸੁਣ। ਬਿਲਕੁਲ। ਛੱਡ ਹੀਲ ਸ਼ੀਲ ਜੁੱਤੀ ਪਾ ਲੈ ਪੰਜਾਬੀ ਤੂੰ, ਛੱਡ ਇੰਗਲਿਸ਼ ਗਾਣਾ ਗਾ ਲੈ ਪੰਜਾਬੀ ਤੂੰ, ਉਹ ਤੈਨੂੰ ਕਿਸੇ ਨੇ ਨਹੀਂ ਦੱਸਿਆ ਤੂੰ ਕਿੰਨੀ ਸੋਹਣੀ ਲੱਗੇ, ਡੈਮ ਗੁੱਡ ਲੁੱਕ ਤੇਰੀ ਚੈਨ ਵੈਨ ਠੱਕੇ, ਵੰਗਾ ਕੋਕਾ ਝਾਂਜਰਾਂ ਤੇ ਰੇਸ਼ਮੀ ਪਰਾਂਦਾ ਨੀ, ਸ਼ਹਿਰ ਪਟਿਆਲੇ ਤੋਂ ਮੈਂ ਤੇਰੇ ਲਈ ਲੈ ਆਂਦਾ ਨੀ, ਹਾਰ ਤੇ ਸ਼ਿੰਗਾਰ ਸਾਡਾ ਲਾਲ ਹੈ ਪੰਜਾਬੀ ਤੂੰ, ਛੱਡ ਹੀਲ ਸ਼ੀਲ ਛੱਡ ਛੱਡ ਹੀਲ ਸ਼ੀਲ, ਛੱਡ ਹੀਲ ਸ਼ੀਲ ਜੁੱਤੀ ਪਾ ਲੈ ਪੰਜਾਬੀ ਤੂੰ, ਛੱਡ ਇੰਗਲਿਸ਼ ਗਾਣਾ ਗਾ ਲੈ ਪੰਜਾਬੀ ਤੂੰ।
ਵਾਹ ਜੀ ਵਾਹ। ਤੇ ਹੁਣ ਜਿਹੜੇ ਫਿਰ ਤੁਹਾਡੇ ਵਾਈਫ ਨਾਲ ਪ੍ਰੋਜੈਕਟ ਆਉਣਗੇ ਹਨਾ, ਉਹ ਵੀ ਬਹੁਤ ਅੱਛਾ ਗਾਉਂਦੇ ਆ। ਸੋ ਜਿੱਦਾਂ ਤੁਸੀਂ ਕਿਹਾ ਕਿ ਉਹ ਇੰਗਲਿਸ਼ ਗਾਣੇ ਬਹੁਤ ਸੋਹਣੇ ਗਾਉਂਦੇ ਆ ਹਨਾ, ਸੋ ਉਹ ਵੀ ਇੰਗਲਿਸ਼ ਗਾਣੇ ਲੈ ਕੇ ਆਉਣਗੇ ਜਾਂ ਫਿਰ ਪੰਜਾਬੀ? that will have to wait जी, ਓਕੇ। क्योंकि गाना she's an amazing actor. I think English area ਦਾ ਬਹੁਤ ਅੱਛਾ ਜਿੱਥੇ she's an amazing singer. We can't really tell at the moment. We are working on her and you know on various areas. So ਜਿਹੜੀ ਚੀਜ਼ ਚਾਹੇ ਉਹ ਗਾਣਾ ਹੈ, ਚਾਹੇ ਉਹ ਪ੍ਰੋਜੈਕਟ ਹੈ, ਚਾਹੇ ਕੋਈ ਵੀ ਅਪੀਅਰੈਂਸ ਹੈ ਉਹਦੀ, ਜਿਸ ਨੂੰ ਲੱਗੂਗਾ ਵੀ ਹਾਂ ਦਿਸ ਵਿਲ ਗੋ ਰਾਈਟ, ਓਕੇ, ਇੱਕ ਤੁਹਾਨੂੰ ਆਪ ਨੂੰ ਪਤਾ ਚੱਲ ਜਾਂਦਾ ਹੈ। ਸੋ ਆਈ ਥਿੰਕ ਉਹ ਚੀਜ਼ ਬਹੁਤ ਜਲਦੀ ਬਾਹਰ ਆਊਗੀ। ਬਿਲਕੁਲ। ਸੋ ਜਸ਼ਨ, ਇੱਕ ਨਾ ਜਦੋਂ ਵੀ ਕੋਈ ਹੈ ਨਾ ਆਪਾਂ ਸ਼ੁਰੂਆਤ ਕਰਦੇ ਆ ਤਾਂ ਹਮੇਸ਼ਾ ਸਾਡੇ ਮਾਈਂਡ ਦੇ ਵਿੱਚ ਇੱਕ ਇਹ ਚੀਜ਼ ਹੁੰਦੀ ਹੈ ਕਿ ਮੈਂ ਨਾ ਇੱਦਾਂ ਦਾ ਗੀਤ ਕਰਨਾ ਆ, ਚਾਹੇ ਅੱਜ ਕਰਾਂ ਚਾਹੇ ਜਦ ਮਰਜ਼ੀ ਕਰਾਂ, ਪਰ ਮੈਂ ਇੱਦਾਂ ਦਾ ਗੀਤ ਜ਼ਰੂਰ ਕਰਨਾ ਆ। ਉਹ ਗੀਤ ਤੁਸੀਂ ਹੁਣ ਤੱਕ ਕਰ ਚੁੱਕੇ ਹੋ ਜਾਂ ਦਿਲ ਦੇ ਵਿੱਚ ਤਮੰਨਾ ਆ ਕਿ ਮੈਂ ਇੱਦਾਂ ਦਾ ਕਰਨਾ ਆ? ਹਾਲੇ ਤੇ ਜੀ ਕੁਛ ਨਹੀਂ ਕੀਤਾ ਮੈਂ, ਬੜੀ ਹੀ ਇਮਾਨਦਾਰੀ ਨਾਲ ਗੱਲ ਕਹਿਣਾ। ਹਾਲੇ ਤੇ ਐਕਸਪੀਰੀਐਂਸਿਸ ਹੋ ਰਹੇ, ਹਾਲੇ ਤੇ ਗਾਣਾ ਸਿੱਖ ਰਹੇ हैं और रियाज पूरा यू नो ईमानदारी नाल रियाज करना भी सीख रहे हैं भी। सही रियाज भी की हुंदा है, यू नो साह लाना की हुंदा है, या यू नो सुबह का रियाज, शाम का, बहुत चीज़ें हैं इनटू मेकिंग। आर्टिस्ट श्रोते बहुत जल्दी कई बारी ये आउटकम कर देते हैं भी ये हिट है फ्लॉप है, बट इन द मेकिंग ऑफ एनी आर्टिस्ट और या गाना या फिल्म इट गोज अ लॉट ऑफ एफर्ट, लॉट ऑफ टाइम, यू नो ये बड़ा जी शिद्दत वाला, सादगी वाला, मेहनत वाला काम है। to build something up, टाइम लगता है हर चीज़ ਨੂੰ। बिल्कुल। सो हाले ते जी शुरुआती दिन मैं कहूँगा मेरे, और still being very kind। हले वो गाने आने बाकी ने, हले वो फिल्म आने, किरदार निभाने बाकी ने, जिथे मैनू शायद लगे भी यार कुछ जिंदगी अच्छा किया। बिल्कुल। ਗੱਲਬਾਤ ਆਪਾਂ ਕਰ ਰਹੇ ਸੀ, ਤੁਸੀਂ ਕਹਿ ਰਹੇ ਸੀ ਕਿ ਅੱਜ ਕੱਲ੍ਹ ਬਹੁਤ ਜਲਦੀ ਗੀਤ ਹਿੱਟ ਵੀ ਹੋ ਜਾਂਦਾ ਹੈ, ਫਲॉप ਵੀ ਹੋ ਜਾਂਦਾ ਹੈ। ਅਕਸਰ ਅਸੀਂ ਇਹ ਵੀ ਦੇਖਦੇ ਹਾਂ ਕਿ YouTube ਦੇ ਉੱਪਰ ਨਾ ਵਿਊਜ਼ ਬਹੁਤ ਜ਼ਿਆਦਾ ਹੋਏ ਹਨ ਤਾਂ ਕਹਿ ਦਿੰਦੇ ਆ ਕਿ ਇਹ ਗਾਣਾ ਹਿੱਟ ਆ, ਤੇ ਜੇ ਉਸ ਗੀਤ ਦੇ ਵਿਊਜ਼ ਨਾ ਹੋਣ ਤਾਂ ਕਹਿ ਦਿੰਦੇ ਗਾਣਾ ਫਲॉप ਆ। ਤੁਹਾਡਾ ਵੀ ਇਹ ਮੰਨਣਾ ਹੈ ਕਿ ਸਿਰਫ ਵਿਊਜ਼ ਕਰਕੇ ਕੋਈ ਵੀ ਗਾਣਾ ਹਿੱਟ ਜਾਂ ਫਲॉप ਹੋ ਜਾਂਦਾ ਹੈ? ਨਹੀਂ ਜੀ, ਵਿਊਜ਼ ਤਾਂ ਬਹੁਤ ਜ਼ਿਆਦਾ ਧੋਖੇ 'ਚ ਰੱਖਦੇ, ਇਹ ਕੋਈ ਗੱਲ ਨਹੀਂ ਹੈਗੀ। 250 ਮਿਲੀਅਨ ਵਾਲਾ ਵਿਊ ਤੁਹਾਡਾ ਗਵਾਂਢੀ ਨਹੀਂ ਜਾਣਦਾ ਹੁੰਦਾ, ਔਰ 10 ਮਿਲੀਅਨ ਵਿਊਜ਼, 5 ਮਿਲੀਅਨ ਜੈਨੂਇਨ ਵਿਊਜ਼ ਦੁਨੀਆ ਨੂੰ ਪਤਾ ਹੁੰਦਾ ਗਾਣਾ, ਉੱਥੇ ਤੁਸੀਂ ਫਿਰ ਕੀ ਕਹੋਗੇ 5 ਮਿਲੀਅਨ ਵਾਲਾ ਵਿਊਜ਼ ਦਾ ਜਿਹੜਾ ਗਾਣਾ ਹੈਗਾ ਉਹ ਫਲॉप ਹੈ? ਨਹੀਂ, ਇਹ ਕੁਛ ਨਹੀਂ ਹੈਗਾ ਜੀ। ਇਹ ਜਿਹੜੇ ਸਰੋਤੇ ਤੁਹਾਨੂੰ ਬਣਾਉਂਦੇ ਆ ਉਹ ਦੱਸਦੇ ਆ ਤੁਸੀਂ ਹਿੱਟ ਹੋ ਜਾਂ ਫਲॉप ਹੋ, ਤੇ ਹਿੱਟ ਫਲॉप ਇਜ਼ ਨੋਟ ਅ ਬੈਡ ਥਿੰਗ, ਇਟ ਪਾਰਟ ਆਫ ਦ ਜਰਨੀ ਹੈ। ਔਰ ਕਾਸ਼ ਅੱਜ ਉਹ ਟਾਈਮ ਹੁੰਦਾ ਜਦੋਂ ਕੈਸੇਟਸ, ਸੀਡੀਜ਼ ਚੱਲਦੀਆਂ ਤਾਂ ਕਿ ਤੁਹਾਨੂੰ ਇੱਕ ਐਕਚੁਅਲ ਰਿਪੋਰਟ ਆ ਪਾਉਂਦੀ ਵੀ ਤੁਹਾਡੀ ਇੰਨੀ ਕੈਸੇਟ ਤੁਹਾਡੀਆਂ ਸੇਲ ਹੋਈਆਂ ਜਾਂ ਇੰਨੀ ਤੁਹਾਡੀ ਸੀਡੀ, ਤਾਂ ਕਿ ਆਰਟਿਸਟ ਨੂੰ ਵੀ ਪਤਾ ਲੱਗੇ ਨਾ ਕਿ ਤੁਸੀਂ ਕੋਈ ਪ੍ਰੋਜੈਕਟ ਕੀਤਾ, ਉਹਦਾ ਰਿਜ਼ਲਟ ਕੀ ਹੈ। ਤੁਸੀਂ ਐਗਜ਼ਾਮ ਦਿੱਤਾ, ਉਹਦਾ ਰਿਜ਼ਲਟ ਐਕਚੁਅਲ ਤਾਂ ਪਤਾ ਲੱਗੇ ਨਾ। ਤੁਸੀਂ ਇਹ ਬਹੁਤ ਇੱਕ ਅਜੀਬ ਜੀ ਤੁਹਾਡੀ ਗੱਲ ਲੱਗਦੀ ਹੈ ਵੀ ਯਾਰ ਇਤਨੇ ਵਿਊਜ਼ ਕਰਾ ਲਓ, ਬਸ ਉਹ ਵਿਊ ਤੁਹਾਨੂੰ ਰੋਟੀ ਤਾਂ ਨਹੀਂ ਦੇਣਗੇ। ਬਿਲਕੁਲ। ਹਾਂਜੀ, ਉਹ ਤੁਹਾਨੂੰ ਜਦੋਂ ਥੋੜਾ ਗਾਣਾ ਜਦੋਂ ਕੋਈ ਚੀਜ਼ ਚੱਲਦੀ ਹੈ ਉਹ ਤੁਹਾਨੂੰ ਦੱਸ ਦਿੰਦੀ ਹੈ ਕਿ ਮੈਂ ਚੱਲੀ। ਔਰ ਅੱਜ ਕੱਲ੍ਹ ਤਾਂ ਅਸੀਂ ਇਹ ਵੀ ਦੇਖਦੇ ਹਾਂ ਕਿ ਇੰਸਟਾਗ੍ਰਾਮ 'ਤੇ ਵੀ ਬੜਾ ਟਰੈਂਡ ਚੱਲ ਗਿਆ ਆ ਜੀ, ਪੈਸੇ ਦੋ ਤੇ ਰੀਲਸ ਬਣਵਾ ਲਓ, ਜਿਸ ਗਾਣੇ ਤੇ ਰੀਲਸ ਸਭ ਤੋਂ ਜ਼ਿਆਦਾ ਹੁੰਦੀਆਂ ਜਾਂ ਕਹਿੰਦੇ ਆ ਜੀ ਉਹ ਗਾਣਾ ਹਿੱਟ ਆ। ਤੁਹਾਨੂੰ ਸਿਰਫ ਹਿੱਟ ਕਰਨਾ ਹੈ, ਤੁਹਾਨੂੰ ਚਲਾਉਣਾ ਤੁਹਾਡੇ ਕੰਟੀਨਿਊਸ ਰੈਗੂਲਰ ਮਿਹਨਤ ਨੇ, ਹਾਰਡ ਵਰਕ ਨੇ, ਠੀਕ ਹੈ, ਉਹ ਤੁਹਾਡੇ ਗਾਣੇ 'ਚ ਦਿਖ ਜਾਣਾ। ਮੈਨੂੰ ਨਾ ਇੱਕ ਮੈਂ ਨਾਂ ਨਹੀਂ ਲਵਾਂਗਾ, ਇੱਕ ਬਹੁਤ ਵੱਡੇ ਫਨਕਾਰ ਹੋਏ ਅੱਜ ਉਹ ਦੁਨੀਆ 'ਚ ਨਹੀਂ ਹੈਗੇ, ਮੈਨੂੰ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਜਸ਼ਨ ਤੁਹਾਡੇ ਹਾਰਡ ਵਰਕ ਤੋਂ ਤੁਹਾਡੀ ਗਾਇਕੀ ਵਿੱਚ ਅਸਰ ਪਤਾ ਚੱਲ ਜਾਂਦਾ ਹੈ। ਜੇ ਤੁਹਾਡੀ ਗਾਇਕੀ 'ਚ ਅਸਰ ਹੈ ਨਾ, ਜੇ ਤੁਸੀਂ ਕੁਛ ਵੀ ਗਾਇਆ ਉਹਦਾ ਅਸਰ ਅਗਲੇ ਦੇ ਦਿਮਾਗ 'ਚ ਰਹਿ ਗਏ ਤੁਸੀਂ, ਇਹਦਾ ਮਤਲਬ ਯੂ ਆਰ ਔਨ ਦ ਰਾਈਟ ਟਰੈਕ। ਜਦ ਤੁਸੀਂ ਗੱਲ ਹੀ ਕਰਨੀ ਆ, ਤੁਸੀਂ ਬੇਤਾਲੇ ਗਾਉਣਾ ਹੈ, ਉਹਦਾ ਕੋਈ ਫਾਇਦਾ ਨਹੀਂ ਜੀ। ਦੇਖੋ ਇਹ ਬਹੁਤ ਮਿਹਨਤ ਵਾਲਾ ਇੱਕ ਬੜਾ ਸਾਫ਼ ਸੁਥਰਾ ਕੰਮ ਹੈ। ਇੱਕ ਤੁਸੀਂ ਲੋਕਾਂ ਨੂੰ ਖੁਸ਼ ਕਰਦੇ ਹੋ, ਤੁਸੀਂ ਸਰੋਤਿਆਂ ਨੂੰ ਖੁਸ਼ ਕਰਦੇ ਹੋ, ਤੁਹਾਨੂੰ ਉਹਦੇ ਫੀਸ ਮਿਲਦੀ ਹੈ। ਸੋ ਇੱਕ ਕਿਸੇ ਨੂੰ ਖੁਸ਼ ਕਰਨ ਦੇ ਤੁਹਾਨੂੰ ਜਿਹੜੀ ਕਮਾਈ ਹੈ ਨਾ ਉਹ ਬੜੀ
ਸੁਭਾਗੀ ਹੈ, ਬਿਲਕੁਲ ਇੱਕ ਚੰਗੀ ਗੱਲ ਹੈ। ਕਿਉਂਕਿ ਨਹੀਂ ਤਾਂ ਅੱਜ ਕੱਲ ਅਸੀਂ ਬਹੁਤ ਸਾਰੇ ਸਿੰਗਰ ਇਦਾਂ ਦੇ ਵੀ ਦੇਖਦੇ ਹਾਂ ਕਿ ਗਾਣਿਆਂ ਦੇ ਵਿੱਚ ਤਾਂ ਸਿੰਗਲ ਟਰੈਕ ਕਰਕੇ ਬਹੁਤ ਹਿੱਟ ਹੋ ਜਾਂਦੇ ਆ, ਪਰ ਵਾਕਈ ਜਦੋਂ ਕਿਤੇ ਲਾਈਵ ਸ਼ੋਅ ਲਗਾਉਣ ਜਾਂਦੇ ਆ ਤੇ ਫਿਰ ਤਾਂ ਸਿਰਫ ਪਿੱਛੇ ਡੀਜੇ ਚੱਲ ਰਿਹਾ ਹੁੰਦਾ ਹੈ, ਲਿਪਸਿੰਗ ਹੋ ਰਹੀ ਹੁੰਦੀ ਹੈ, ਜਿਹੜਾ ਰੀਅਲ ਆਪਾਂ ਕਹਿ ਦਿੰਦੇ ਗਾਣਾ ਉਹਨਾਂ ਨੂੰ ਗਾਣਾ ਹੀ ਨਹੀਂ ਆਉਂਦਾ। ਮੇਰੇ ਫਾਦਰ ਸਾਹਿਬ ਨੂੰ ਮੈਂ 6-6 ਘੰਟੇ ਦਾ ਸ਼ੋਅ ਲਾਉਂਦੇ ਵੀ ਦੇਖਿਆ। ਉਹ ਐਵੇਂ ਥੋੜੀ ਲਾ ਕੇ 5-6 ਘੰਟੇ ਦਾ ਸ਼ੋਅ, ਠੀਕ ਹੈ ਜੀ, 2-2 ਸ਼ੋਅਜ਼ 3-3 ਸ਼ੋਅਜ਼ ਦਿਨ ਦੇ। ਉਹ ਤੁਹਾਡੀ ਐਕਸਰਸਾਈਜ਼ ਕਿੰਨੀ ਹੈ, ਤੁਹਾਡੀ ਐਵਰੀ ਡੇ ਤੁਸੀਂ ਉਸੇ એનર્ਜੀ ਨਾਲ ਉੱਠੋ, ਉਸੇ એનર્ਜੀ ਨਾਲ ਤੁਸੀਂ ਕੈਰੀ ਔਨ ਕਰਨਾ ਹੈ। ਸੋ ਇਟਸ ਰੀਅਲੀ ਅ ਮੈਟਰ ਆਫ ਬੀਇੰਗ ਅ ਸਪੋਰਟਸਮੈਨ ਫਰਸਟ ਐਟ ਹਾਰਟ, ਬਿਲਕੁਲ, ਦੈਨ ਯੂ ਬਿਕਮ ਐਨ ਆਰਟਿਸਟ ਲੇਟਰ। ਜੀ ਸੋ ਜਸ਼ਨ, ਇੱਕ ਅਸੀਂ ਇਹ ਵੀ ਚੀਜ਼ ਬੜੀ ਦੇਖ ਰਹੇ ਹਾਂ ਕਿ ਹਥਿਆਰਾਂ ਨੂੰ ਅੱਜ ਕੱਲ੍ਹ, ਪਹਿਲਾਂ ਤਾਂ ਜਿਵੇਂ ਬਹੁਤ ਸਾਰੇ ਹਥਿਆਰਾਂ ਵਾਲੇ ਅਸੀਂ ਗੀਤ ਵੀ ਬਹੁਤ ਸਾਰੇ ਸੁਣੇ ਹੈ ਨਾ, ਬਹੁਤ ਆ ਵੀ ਰਹੇ ਨੇ ਗੀਤ, ਤੇ ਅੱਜ ਕੱਲ੍ਹ ਇਦਾਂ ਦਾ ਹੋ ਗਿਆ ਕਿ ਜਿਹੜਾ ਕੋਈ ਹਥਿਆਰ ਵਾਲਾ ਗੀਤ ਕਰੇਗਾ ਜਾਂ ਕੋਈ ਈਵਨ ਹਥਿਆਰਾਂ ਨਾਲ ਕੋਈ ਪੋਸਟ ਵੀ ਕਰੇਗਾ ਤਾਂ ਉਹਨਾਂ ਦੇ ਉੱਪਰ ਵੀ FIR ਦਰਜ ਹੋ ਰਹੀ ਹੈ ਨਾ। ਤੇ ਅਸੀਂ ਪਿੱਛੇ ਜੇ ਦੇਖੇ ਕਿ ਇੱਕ ਛੋਟੇ ਜਿਹੇ ਬੱਚੇ ਦੇ ਉੱਪਰ ਵੀ FIR ਦਰਜ ਹੋ ਗਈ ਕਿਉਂਕਿ ਉਹਨੇ ਟੋਏ ਗਨ ਦੇ ਨਾਲ ਇੱਕ ਪੋਸਟ ਪਾਈ ਸੀ। ਬਹੁਤ ਅੱਛੀ ਗੱਲ ਹੈ ਆਪ ਸਰਕਾਰ ਦੀ, ਭਗਵੰਤ ਭਾਜੀ ਦੇ ਜੋ ਸਟੈਪ ਚੱਕਿਆ, ਆਈ ਐਮ ਸੋ ਥੈਂਕਫੁਲ ਕਿ ਇਹ ਚੀਜ਼ ਹੋ ਰਹੀ ਹੈ। ਇਹ ਕੋਈ ਗੱਲ ਹੈ ਯਾਰ, ਮਤਲਬ ਤੁਸੀਂ ਇੰਨਾ ਮਜ਼ਾਕ ਬਣਾਤਾ, ਔਰ ਇਹਦੇ ਕਿਤੇ ਨਾ ਕਿਤੇ ਆਰਟਿਸਟ ਜ਼ਿੰਮੇਵਾਰ ਹੈਗੇ ਆ ਜੀ। ਇਹ ਕੋਈ ਗੱਲ ਮੈਂ ਸੰਗਦਾ ਨਹੀਂ ਇਹ ਗੱਲ ਕਹਿਣ ਲੱਗੀ, ਤੁਹਾਨੂੰ ਲੋਕ ਫੋਲੋ ਕਰਦੇ ਆ ਜਾਂ ਤੁਸੀਂ ਪ੍ਰਮੋਟ ਹੀ ਇਹ ਕਰ ਰਹੇ ਹੋ ਕਿ ਚੱਕੋ ਹਥਿਆਰ, ਚੱਕੋ ਅਸਲਾ, ਚੱਕੋ, ਇਹ ਮਜ਼ਾਕ ਚੱਲ ਰਿਹਾ ਕੋਈ ਹੈ? ਬਿਲਕੁਲ ਹਾਂਜੀ, ਤੁਸੀਂ ਤੁਹਾਡੀ ਰਿਸਪੌਂਸਿਬਿਲਿਟੀ ਬਣਦੀ ਹੈ, ਤੁਸੀਂ ਪੀਪਲ ਲੁੱਕ ਅਪ ਟੂ ਯੂ। ਬਿਲਕੁਲ ਹਾਂਜੀ, ਜੇ ਤੁਸੀਂ ਹੀ ਇਦਾਂ ਕਰੋਗੇ ਤੇ ਫਿਰ ਉਹਦਾ ਰਿਜ਼ਲਟ ਹੈ ਰਿਜ਼ਲਟ। ਔਰ ਅੱਜ ਸਰਕਾਰ ਨੂੰ ਮੈਂ ਸ਼ਾਬਾਸ਼ ਕਹਿਣਾ ਭਗਵੰਤ ਭਾਜੀ ਨੂੰ, ਜਿਨ੍ਹਾਂ ਨੇ ਇੱਕ ਆਰਟਿਸਟ ਹੋਣ ਦੇ ਨਾਤੇ ਫਰਸਟ ਹੀ ਇਜ਼ ਐਨ ਆਰਟਿਸਟ ਦੈਨ ਹੀ ਇਜ਼ ਅ ਚੀਫ ਮਿਨਿਸਟਰ। ਬਿਲਕੁਲ, ਉਹਨਾਂ ਨੇ ਸਮਝੀ ਇਸ ਚੀਜ਼ ਨੂੰ, ਉਹਨਾਂ ਨੇ ਸਟੈਪ ਚੱਕਿਆ ਔਰ ਸਖਤ ਸਟੈਪਸ ਤੁਹਾਨੂੰ ਚੱਕਣੇ ਪੈਣਗੇ ਤਾਂ ਕਿ ਜਿਹੜਾ ਆਉਣ ਵਾਲਾ ਯੂਥ ਆ ਬੰਦੇ ਬਣ ਕੇ ਰਹਿਣ, ਉਹ ਆਪਣੇ they should behave themselves, ਹਾਂਜੀ, ਤਹਿਜ਼ੀਬ ਨਾਲ ਰਹਿਣ, ਇੱਕ ਪਿਆਰ ਹੋਣਾ ਚਾਹੀਦਾ ਹੈ, ਇੱਕ ਬਿਨਾਂ ਗੱਲ ਦੀ ਫੋਕੀ ਅਣਖ ਨਹੀਂ ਕੰਮ ਕਰਦੀ। ਬਿਲਕੁਲ, ਔਰ ਪਰ ਇਦਾਂ ਵੀ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਇਸ ਚੀਜ਼ ਦੀ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ, ਕਿਉਂਕਿ ਅਸੀਂ ਇੱਕ ਛੋਟੇ ਜਿਹੇ ਬੱਚੇ ਤੇ, ਕਿਉਂਕਿ ਉਹਨੂੰ ਤਾਂ ਪਤਾ ਵੀ ਨਹੀਂ ਕਿ ਗਨ ਹੈ ਕੀ, ਕਿ ਉਹਦੇ ਉੱਪਰ ਅਸੀਂ FIR ਦਰਜ ਕਰ ਰਹੇ ਹਾਂ। ਈਵਨ ਕਿ ਜਿਹੜੇ ਗੀਤ ਗਾ ਰਿਹਾ ਜਾਂ ਜਿਹੜੇ ਗਾਣੇ ਲਿਖ ਰਹੇ ਆ ਉਹਨਾਂ ਤੇ ਵੀ ਇਦਾਂ ਦਾ ਮਤਲਬ ਜਾਂਚ ਪੜਤਾਲ ਹੋ ਕੇ ਉਹਨਾਂ ਤੇ ਵੀ ਕੇਸ ਹੋਣੇ ਚਾਹੀਦੇ ਆ। ਦੇਖੋ ਜੀ, ਮੈਨੂੰ ਇੰਨਾ ਡੀਪ ਨਹੀਂ ਪਤਾ, ਮੈਨੂੰ ਇਹ ਪਤਾ ਜੋ ਸਟੈਪ ਇਹ ਚੱਕਿਆ ਬਹੁਤ ਅੱਛਾ ਸਟੈਪ ਹੈ, ਸਖਤੀ ਹੋਣੀ ਚਾਹੀਦੀ ਹੈ। ਤੁਸੀਂ ਬੰਦੂਕਾਂ ਚੱਕ ਕੇ ਤੁਸੀਂ ਸੋਸ਼ਲ ਮੀਡੀਆ ਤੇ ਪਾ ਰਹੇ ਹੋ, ਵਾਟ ਆਰ ਯੂ ਟਰਾਈਂਗ ਟੂ ਕਨਵੇ? ਤਾਂ ਹੀ ਬਾਹਰਲੇ ਮੁਲਕ ਦੇ ਜਿਹੜੇ ਸਾਡੇ ਅਮਰੀਕਨ, ਜਿਹੜੇ ਬਾਹਰਲੇ ਮੁਲਕ 'ਚ ਬੰਦੇ ਬੈਠੇ ਆ ਨਾ, ਉਹ ਡਰਦੇ ਹੁਣ ਪੰਜਾਬ ਆਉਣ ਨੂੰ। ਉਹ ਕਹਿੰਦੇ ਯਾਰ ਪਤਾ ਨਹੀਂ ਵਹਾਂ ਕੈਸੇ ਲੋਕ ਬੈਠੇ, ਪਤਾ ਨਹੀਂ ਵਹਾਂ ਕਿਆ ਹੋ ਜਾਏ। ਹਾਂਜੀ, ਉਹ ਤਾਂ ਡਰਦੇ ਬਿਕੋਜ਼ ਇਹ ਸਾਡਾ ਪੰਜਾਬ ਇੱਕ ਬਹੁਤ ਵਧੀਆ ਸਟੇਟ ਹੈ, ਅੰਨਦਾਤਾ ਹੈ ਜੀ। ਇੱਥੇ ਗੁਰੂਆਂ ਦੀ ਧਰਤੀ ਹੈ, ਇੱਥੇ ਇਸ਼ਕ ਦੀ ਗੱਲ ਹੋਵੇ, ਇੱਥੇ ਹੀਰ ਰਾਂਝੇ, ਇੱਥੇ ਕਿੰਨੇ ਵੱਡੇ ਕਿਸੇ ਹੋਏ ਹੈ ਗੁਰੂ ਸਾਹਿਬ ਦੇ। ਵੀ ਸ਼ੁੱਡ ਬੀ ਵੈਰੀ ਪ੍ਰਾਊਡ। ਇੱਥੇ ਸਕਸੈਸ ਰੇਟ ਦੇਖਿਆ ਜਾਣਾ ਚਾਹੀਦਾ, ਨਾ ਕਿ ਇੱਥੇ ਕੀ ਚੱਲ ਰਿਹਾ ਹੈ, ਡਰੱਗਿਜ਼ਮ ਚੱਲ ਰਿਹਾ, ਕਿੰਨਾ ਕੁਝ ਬਹੁਤ ਨੈਗੇਟਿਵ ਹੋਇਆ ਪਿਆ ਇਸ ਟਾਈਮ ਕੰਮ। ਔਰ ਮੈਂ ਅਰਦਾਸ ਕਰਦਾ ਸੱਚੇ ਦਿਲੋਂ ਗੁਰੂ ਮਹਾਰਾਜ ਨੂੰ ਕਿ ਇਹ ਖਤਮ ਹੋਣਾ ਚਾਹੀਦਾ ਤਾਂ ਕਿ ਯਾਰ ਉਹੀ ਇਟ ਸ਼ੁੱਡ ਬੀ ਵੈਰੀ ਗੁੱਡ ਹੈਰ। ਆਈ ਮੀਨ ਸਾਨੂੰ, ਅਸੀਂ ਜਦੋਂ ਬਾਹਰ ਜਾਈਏ ਸਾਨੂੰ ਚਾਹ ਹੋਣਾ ਚਾਹੀਦਾ ਕਿ ਯਾਰ ਮੁੜ ਵਤਨ ਪੰਜਾਬ ਨੂੰ ਜਾਈਏ। ਬਿਲਕੁਲ, ਨਹੀਂ ਤਾਂ ਈਵਨ ਕਿ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਅਸੀਂ ਵੀ ਕਿਤੋਂ ਘਰੇ ਬਾਹਰ ਜਾਣਾ ਹੋਵੇ ਤਾਂ ਸਾਨੂੰ ਵੀ ਡਰ ਲੱਗਦਾ ਹੈ ਕਿਉਂਕਿ ਅੱਜ ਕੱਲ੍ਹ ਕਿਤੇ ਵੀ ਕੁਝ ਵੀ ਹੋ ਸਕਦਾ ਹੈ। ਹਾਂ, ਤੁਸੀਂ ਦੇਖੋ ਨਾ ਯਾਰ, ਹੁਣ ਤਾਂ ਪੇਰੈਂਟਸ ਆਰ ਸੋ ਸਕੇਅਰਡ ਕਿ ਯਾਰ ਉਹ ਧੱਕਾ ਮਾਰ ਰਹੇ ਆਪਣੇ ਬੱਚਿਆਂ ਨੂੰ ਕਿ ਤੁਸੀਂ ਇੱਥੋਂ ਚਲੇ ਜਾਓ ਕਿਉਂਕਿ ਇੰਨਾ ਅਨਸੇਫ ਹੋ ਗਿਆ। ਬਿਲਕੁਲ, ਉਹਦੇ ਦੱਸੋ ਰਿਸਪੌਂਸਿਬਲ ਕੌਣ ਹੈ? ਬਿਲਕੁਲ। ਸੋ ਮੇਰੇ ਭਰਾਵਾਂ ਨੂੰ, ਮੇਰੇ ਸਾਥੀ ਕਲਾਕਾਰਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਯਾਰ ਸਭ ਬੜੇ ਅੱਛੇ ਕਲਾਕਾਰ ਹੋ, ਸਮਝਦਾਰ ਹੋ, ਤੁਹਾਨੂੰ ਅੱਛਾ ਕੰਟੈਂਟ, ਪੋਜ਼ਿਟਿਵ ਕੰਟੈਂਟ
ਵੀ ਚੱਲਦਾ ਹੈ, ਅੱਛਾ ਗਾਣਾ ਵੀ ਚੱਲਦਾ ਹੈ, ਬਿਲਕੁਲ। ਤੁਸੀਂ ਅੱਛਾ ਐਟਲੀਸਟ ਤੁਸੀਂ ਮੈਸੇਜ ਤੇ ਦਿਓ ਨਾ ਯਾਰ। ਬਿਲਕੁਲ। ਪੀਪਲ ਲੁੱਕ ਅਪ ਟੂ ਯੂ, ਪੀਪਲ ਲਵ ਯੂ ਇਨ ਯੋਰ ਵੇ। ਬਿਲਕੁਲ। ਔਰ ਮੈਨੂੰ ਲੱਗਦਾ ਹੈ ਕਿ ਜੇ ਵਾਕਈ ਸਾਰੇ ਗਾਇਕ ਇਹ ਕਹਿਣ ਕਿ ਹਾਂ ਅਸੀਂ ਇੱਕ ਚੰਗੀ ਗਾਇਕੀ, ਅਸੀਂ ਇੱਕ ਚੰਗਾ ਗੀਤ ਗਾਣਾ ਹੈ, ਤਾਂ ਦਰਸ਼ਕ ਸੁਣਨਗੇ ਵੀ ਜ਼ਰੂਰ, ਸਭ ਸੁਣਦੇ। ਕਿਉਂਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਇਦਾਂ ਵੀ ਹੁੰਦਾ ਹੈ ਕਿ ਠੀਕ ਆ ਜੋ ਆਡੀਅנס ਸੁਣਨਾ ਪਸੰਦ ਕਰਦੀ ਹੈ ਉਹ ਗਾਇਕ ਆਉਂਦੇ ਆ, ਪਰ ਇਹ ਵੀ ਲੱਗਦਾ ਹੈ ਨਾ ਕਿ ਕਿਤੇ ਮੈਨੂੰ ਇਦਾਂ ਪਤਾ ਹੈ, ਮੈਂ ਪਿੱਛੇ ਇੱਕ ਸ਼ੋਅ ਦੇਖਿਆ ਦੁਬਈ, ਮੇਰੇ ਦੋਸਤ ਨੇ ਕਰਵਾਇਆ ਸੀ, ਕੁਮਾਰ ਸਾਨੂ ਜੀ ਦਾ ਜੀ, ਇਕੱਠ ਦੇਖਣ ਵਾਲਾ ਸੀਗਾ। ਓਕੇ। ਕਿਆ ਕੁਮਾਰ ਸਾਨੂ ਜੀ ਨੇ ਕਦੀ ਮਾੜਾ ਗਾਣਾ ਗਾਇਆ? ਹਾਂਜੀ, ਬਿਲਕੁਲ। ਉਦਿਤ ਨਾਰਾਇਣ ਜੀ ਸੀਗੇ, ਅਲਕਾ ਯਾਗਨੀ ਜੀ ਸੀਗੇ, ਇਹੋ ਜਿਹੇ ਬੰਦੇ ਵੀ ਬੈਠੇ ਆ। ਅੱਜ ਉਹਨਾਂ ਨੂੰ 40 ਸਾਲ ਹੋ ਗਏ ਗਾਉਂਦਿਆਂ ਨੂੰ, ਕਿਆ ਇੱਕ ਵੀ ਕਿਸੇ ਗਾਣਾ ਮਾੜਾ ਦੇਖਿਆ ਉਹਨਾਂ ਦਾ? ਸਿਰਫ ਰਿਆਜ਼ ਕੀਤਾ, ਮਿਹਨਤ ਕੀਤੀ, ਸੰਘਰਸ਼ ਕੀਤਾ, ਤਪੱਸਿਆ ਕੀਤੀ, ਤੇ ਸਰਸਵਤੀ ਮਾਂ ਵੀ ਅੱਜ ਫਿਰ ਸਿਰ ਚੜ੍ਹ ਕੇ ਬੋਲ ਰਹੀ ਹੈ। ਬਿਲਕੁਲ। ਇਹੀ ਸੱਚ ਹੈ, ਇਹੀ ਸੱਚ ਰਹਿਣਾ ਹੈ। ਬਿਲਕੁਲ। ਤੁਸੀਂ ਇਹਨੂੰ ਜਿੰਨੀ ਛੇਤੀ ਐਕਸੈਪਟ ਕਰ ਲਓਗੇ ਉਨੀ ਛੇਤੀ ਤੇ ਚੰਗੇ ਰਹਿ ਜਾਓਗੇ ਤੁਸੀਂ। ਬਿਲਕੁਲ। ਹਾਂਜੀ, ਬਸ ਇਹੀ ਹੈ ਮੈਂ ਕਹਿਣਾ ਚਾਹੁੰਦਾ। ਨਹੀਂ ਤਾਂ ਫਿਰ ਅਸੀਂ ਉਹੋ ਜਿਹੇ ਵੀ ਬਹੁਤ ਸਿੰਗਰ ਦੇਖੇ ਆ ਜਿਨ੍ਹਾਂ ਦੇ ਟਰੈਕ ਆਉਂਦੇ ਆ, ਹਿੱਟ ਵੀ ਬਹੁਤ ਜਲਦੀ ਹੋ ਜਾਂਦੇ ਆ, ਤੇ ਫਿਰ ਪਿੱਛੇ ਕਿਤੇ ਗਾਇਬ ਵੀ ਹੋ ਜਾਂਦੇ ਆ, ਪਤਾ ਵੀ ਨਹੀਂ ਚੱਲਦਾ। ਚਲੋ ਉਹ ਤੁਹਾਡੇ ਹੱਥ ਹੈ ਜੀ, ਤੁਸੀਂ 4 ਸਾਲ ਲਈ ਆਪਣਾ ਸ਼ੌਂਕ ਪੂਰਾ ਕਰਨਾ ਹੈ, ਤੁਸੀਂ 4 ਦਹਾਕੇ ਤੁਸੀਂ ਆਪਦਾ ਇੱਕ ਤੁਸੀਂ ਸਿੱਕਾ ਜਮਾਉਣਾ, ਉਹ ਤੁਹਾਡੇ ਹੱਥ 'ਚ ਹੁੰਦਾ। ਬਿਲਕੁਲ। ਨਹੀਂ ਤਾਂ ਬਹੁਤ ਸਾਰੇ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਸਿੰਗਰ ਹੈ ਜਿਨ੍ਹਾਂ ਦੇ ਗੀਤ ਅੱਜ ਵੀ ਸੁਣੇ ਜਾਂਦੇ ਔਰ ਵਾਕਈ ਕਹਿ ਦਿੰਦੇ ਕਿ ਵਾਕਈ ਇਦਾਂ ਦੀ ਵੀ ਗਾਇਕੀ ਸੀ, ਔਰ ਅੱਜ ਵੀ ਹਰ ਕੋਈ ਚਾਹੁੰਦਾ ਹੈ ਕਿ ਉਦਾਂ ਦੀ ਗਾਇਕੀ ਆਵੇ। ਬਿਲਕੁਲ ਬਿਲਕੁਲ। ਸੋ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਬਸ ਜੀ, ਪ੍ਰਮੋਟ ਗੁੱਡ ਮਿਊਜ਼ਿਕ, ਅੱਛੇ ਸਿੰਗਰਸ ਨੂੰ ਸੁਣਿਆ ਕਰੋ। ਤੁਸੀਂ ਸਮਝਦਾਰ ਹੋ, ਹਰ ਬੰਦਾ ਆਪਣੀ ਥਾਂ ਸਮਝਦਾਰ ਹੁੰਦਾ ਹੈ। ਐਂਡ ਆਈ ਅਪੀਲ ਕਿ ਡਰੱਗਸ ਨੂੰ ਆਪਾਂ ਨਾ ਪ੍ਰਮੋਟ ਕਰੀਏ। ਇਹ ਮੇਰੇ ਵਰਗੇ ਹੋਰ ਕਈ ਕਲਾਕਾਰ ਅਪੀਲ ਕਰਦੇ ਹੋਣਗੇ, ਬਟ ਆਈ ਐਮ ਰਿਮਾਈਂਡਿੰਗ ਯੂ ਆਲ to stay away from any sort of negative content, negative messages from any films or songs. और ਅਸੀਂ ਹੋਰ ਤੁਹਾਡੇ ਲਈ ਅੱਛੇ ਗਾਣੇ, ਅੱਛੀ ਫਿਲਮਸ ਲੈ ਕੇ ਆ ਰਹੇ ਹਾਂ। ਉਮੀਦ ਹੈ ਤੁਹਾਨੂੰ ਚੰਗੇ ਲੱਗਣਗੇ, ਔਰ ਤੁਹਾਡਾ ਆਸ਼ੀਰਵਾਦ, ਤੁਹਾਡਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ, ਤੇ I shall see you here very soon. ਸੋ ਬਹੁਤ ਵਧੀਆ ਲੱਗਿਆ ਜਸ਼ਨ ਤੁਹਾਡੇ ਨਾਲ ਗੱਲਬਾਤ ਕਰਕੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਇਹ ਗੱਲਬਾਤ ਪਸੰਦ ਆਈ ਹੋਏਗੀ। ਅਗਲੇ ਹਫਤੇ ਫਿਰ ਮਿਲਾਂਗੇ ਇੱਕ ਹੋਰ ਕਲਾਕਾਰ ਦੇ ਨਾਲ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।